बुलाया तेरा अगम अगोचर सच साहिब मेरा नानक बोले बुलाया तेरा। सतनाम श्री वाहिगुरु साहिब जीओ। परम परम परमेश्वरं पुरोषपालं सदा सर्वदा सिद्ध दाता दयालं अच्छेदी अभेदी अनामं अकामं समस्तो पराजी समस्त सत धामं अच्छेदी अभेदी अनामं अकामं समस्तो पराजी समस्त सत धामं। वाहिगुरु जी का खालसा वाहिगुरु जी की फतेह। परम सत्कार ते सन्मानियो चवर छत्र तख्त दे मालक जुगो जुग अटल सर्व सांझी वालता दे पैगंबर दीन अते दुनिया दे राखे मनुखता दे सांझे रह गुर गुरता गद्दी ते सवाए मान हलत पलत के रक्षक बिना मंगिया तो बेअंत दातां देण वाले साहिबे कमाल साहिबे जलाल सरवरे कायनात वालिए दो जहान धन 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 साहिब श्री गुरु ग्रंथ साहिब जी महाराज। सतगुरां दी अपर अपार कृपा बख्शिश रहमत अपने सारियां ते होई। अमृत वेले दे दीवाना च गुरु दरबार दियां हाजरियां भर के आप जी अपना जीवन सफल कर रहे हो, वडभागे हो। रब्बी गुरबाणी का कीर्तन आप जी ने बहुत एकाग्रता विच सरवण किया है। आओ कुछ समा कथा राही गुरमत विचारां दा प्राप्त होया। रल मिल के गुरमत की रोशनी अंदर गुरमत सिद्धांतां नूं साझा करन दा यतन करिए। श्री जाप साहब जी की पावन पवित्र गुरबाणी की विचार जो चल रही है, एक एक शब्द बहुत कीमती है। बहुते शब्द ब्रिज भाषा नाल संबंधित ने जिहड़े बहुत ही महंगे शब्द ने और उन्हां दी व्याख्या बड़ी गहराई विच है। साडे नितनेम का हिस्सा है ये पावन बाणी। जदों अमृत की दात असी पंज प्यारे साहबाना तो लेने उदों भी इस पावन बाणी का जाप किया जाता है। हर रोज़ हर गुरुद्वारा साहब अमृत वेले इस पावन बाणी का पाठ हुंदा है। इसलिए आप इनू
ਡੂੰਘਾਈ ਦੇ ਵਿੱਚ, ਗਹਿਰਾਈ ਦੇ ਵਿੱਚ, ਵਿਸਥਾਰ ਵਿੱਚ ਸਮਝਣ ਦਾ ਯਤਨ ਕਰ ਰਹੇ ਹਾਂ। ਔਰ ਇਸ ਪਾਵਨ ਬਾਣੀ ਦੇ ਰਾਹੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਪਰਮੇਸ਼ਰ ਨੂੰ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਨਮਸਕਾਰਾਂ ਕੀਤੀਆਂ ਨੇ। ਇਸ ਪਾਵਨ ਬਾਣੀ ਦੀ ਵਿਚਾਰ ਕਰਦੇ ਕਰਦੇ ਆਪਾਂ ਵੀ ਸਾਰੇ ਉਸ ਵਾਹਿਗੁਰੂ ਨੂੰ ਨਮਸਕਾਰਾਂ ਕਰ ਰਹੇ ਹਾਂ। ਹਰ ਰੋਜ਼ ਗੁਰੂ ਚਰਨਾਂ ਵਿੱਚ ਆਉਂਦੇ ਹੋ, ਆਪ ਜੀ ਜੁੜਦੇ ਹੋ, ਬੈਠਦੇ ਹੋ। ਇੱਥੇ ਆ ਕੇ, ਇੱਥੇ ਬੈਠ ਕੇ, ਜਾਂ ਸਾਡੇ ਆਉਣ ਦਾ ਮਕਸਦ ਇਹ ਹੁੰਦਾ ਹੈ ਜਾਂ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਜੀਵਨ ਦੀ ਸਾਂਝ ਗੁਣਾਂ ਨਾਲ ਪਾਉਣੀ ਹੈ, ਔਗੁਣਾਂ ਦਾ ਤਿਆਗ ਕਰਨਾ ਹੈ। ਗੁਰੂ ਘਰ ਆਉਣ ਦਾ ਮੇਨ ਮਕਸਦ ਸਾਡਾ ਇਹ ਹੈ। ਗੁਰੂ ਦੀਆਂ ਵਡਿਆਈਆਂ ਸਰਵਣ ਕਰਕੇ ਗੁਰੂ ਨਾਲ ਜੁੜਨਾ, ਗੁਰੂ ਦੇ ਗੁਣਾਂ ਦੀ ਚਰਚਾ ਹੁੰਦੀ ਹੈ, ਪਰਮੇਸ਼ਰ ਦੇ ਗੁਣਾਂ ਦੀ ਚਰਚਾ ਹੁੰਦੀ ਹੈ। ਉਹ ਗੁਣ ਆਪਣੇ ਜੀਵਨ ਵਿੱਚ ਲਾਗੂ ਕਰਨੇ ਨੇ, ਔਰ ਜਿਹੜੇ ਔਗੁਣਾਂ ਤੋਂ ਸਤਿਗੁਰੂ ਵਰਜ ਰਹੇ ਨੇ, ਰੋਕ ਰਹੇ ਨੇ, ਉਹਨਾਂ ਔਗੁਣਾਂ ਦਾ ਤਿਆਗ ਕਰਨਾ। ਵੈਸੇ ਤਾਂ ਪਰਮੇਸ਼ਰ ਨੇ ਸਾਰੇ ਜੀਵਾਂ ਤੇ ਇੱਕੋ ਜਿਹੀ ਕਿਰਪਾ ਕਰਕੇ ਸੰਸਾਰ 'ਚ ਪੈਦਾ ਕੀਤਾ ਹੈ। ਕੁਝ ਲੋਕ ਉਹ ਨੇ ਜਿਹੜੇ ਰੱਬੀ ਗੁਣਾਂ ਨੂੰ ਗਲਣ ਤੋਂ ਬਚਾ ਲੈਂਦੇ ਆ। ਨਹੀਂ ਤਾਂ ਬਹੁਤੀ ਵਾਰ ਇਹੀ ਹੁੰਦਾ, ਹਰ ਬਿਸਰਤ ਤੇਰੇ ਗੁਣ ਗਲਿਆ, ਗਲ ਜਾਂਦੇ ਨੇ ਗੁਣ। ਇਨਸਾਨ ਪਰਮਾਤਮਾ ਨੂੰ ਭੁੱਲ ਜਾਂਦਾ ਹੈ। ਪਰਮੇਸ਼ਰ ਨੂੰ ਭੁੱਲਣਾ, ਰੱਬ ਨੂੰ ਭੁੱਲਣਾ ਖੁਆਰੀ ਵੀ ਹੈ। ਪਰਮੇਸ਼ਰ ਨੂੰ ਭੁੱਲਣਾ ਦੁੱਖਾਂ ਦੀ ਸ਼ੁਰੂਆਤ ਹੈ, ਔਰ ਪਰਮੇਸ਼ਰ ਨੂੰ ਭੁੱਲ ਜਾਣਾ ਸਾਰੇ ਗੁਣ ਵੀ ਗਲ ਜਾਂਦੇ। ਪਰਮੇਸ਼ਰ ਦੀ ਯਾਦ ਨਾਲ ਜੁੜ ਕੇ ਕੁਝ ਜੀਵ ਜਗਿਆਸੂ, ਕੁਝ ਪ੍ਰਾਣੀ, ਕੁਝ ਮਨੁੱਖ ਇਹੋ ਜਿਹੇ ਨੇ ਆਪਣੇ ਚੰਗੇ ਗੁਣਾਂ ਦੀ ਸੰਭਾਲ ਕਰ ਲੈਂਦੇ ਆ। ਸੁਭਾਵਿਕ ਗੱਲ ਹੈ ਕਿ ਚੰਗੇ ਗੁਣਾਂ ਦੀ ਸੰਭਾਲ ਨਾਲ ਉਹਨਾਂ ਦੀ ਦੁਨੀਆ ਵਿੱਚ ਸ਼ੋਭਾ ਤਾਂ ਹੁੰਦੀ ਹੈ, ਲੇਕਿਨ ਆਮ ਦੁਨੀਆਦਾਰਾਂ ਨਾਲੋਂ ਵੱਖਰੇ ਕਿਸਮ ਦੀ ਸ਼ੋਭਾ ਹੁੰਦੀ ਹੈ। ਪਰ ਕੁਝ ਲੋਕ ਉਹ ਨੇ ਜਿਹੜੇ ਆਪਣੇ ਚੰਗੇ ਗੁਣਾਂ ਨੂੰ ਤਾਂ ਸੰਭਾਲ ਨਹੀਂ ਸਕਦੇ, ਆਪਣੇ ਅੰਦਰ ਚੰਗੇ ਗੁਣ ਪ੍ਰਗਟ ਨਹੀਂ ਕਰ ਸਕਦੇ, ਆਪਣੇ ਜੀਵਨ ਵਿੱਚ ਗੁਰੂ ਤੋਂ ਗੁਣ ਲੈ ਕੇ ਗ੍ਰਹਿਣ ਨਹੀਂ ਕਰ ਸਕਦੇ, ਸੰਗਤ ਵਿੱਚ ਆ ਕੇ ਗੁਣਾਂ ਦੀ ਸਾਂਝ ਨਹੀਂ ਪਾ ਸਕਦੇ। ਗੁਣ ਪੈਦਾ ਕਰਨ ਦੀ ਬਜਾਏ, ਗੁਣਾਂ ਦੀ ਸਾਂਝ ਪਾਉਣ ਦੀ ਬਜਾਏ ਆਪਣੇ ਜੀਵਨ 'ਚ ਔਗਣ ਪੈਦਾ ਕਰ ਲੈਂਦੇ ਨੇ। ਗੁਣ ਪੈਦਾ ਕਰਨ ਦੀ ਉਹਨਾਂ 'ਚ ਸਮਰੱਥਾ ਹੀ ਨਹੀਂ ਹੁੰਦੀ, ਤਾਕਤ ਨਹੀਂ ਰਹਿੰਦੀ, ਮਨੋਬਲ ਇੰਨਾ ਕਮਜ਼ੋਰ ਹੋ ਜਾਂਦਾ ਹੈ, ਆਤਮਿਕ ਬਲ ਕਮਜ਼ੋਰ ਹੋ ਜਾਂਦਾ ਹੈ, ਕਿਉਂਕਿ ਕਦੇ ਗੁਰੂ ਘਰ ਨਹੀਂ ਆਏ, ਗੁਰੂ ਕੋਲ ਨਹੀਂ ਬੈਠੇ, ਨਾ ਕਦੇ ਸੇਵਾ ਕੀਤੀ, ਨਾ ਕਦੇ ਸਿਮਰਨ ਕੀਤਾ, ਨਾ ਕਦੇ ਬਾਣੀ ਦਾ ਅਭਿਆਸ ਕੀਤਾ, ਨਾ ਕਦੇ ਗੁਣਵਾਨ ਲੋਕਾਂ ਕੋਲ ਬੈਠੇ, ਜਿਸ ਕਰਕੇ ਉਹਨਾਂ ਦੇ ਜੀਵਨ ਵਿੱਚ ਕੋਈ ਗੁਣ ਆਉਂਦਾ।
ਆਪਣੇ ਜੀਵਨ ਵਿੱਚ ਔਗਣ ਇੰਨੇ ਪ੍ਰਗਟ ਕਰ ਲਏ, ਇੰਨੇ ਔਗਣਾਂ ਦਾ ਵਾਧਾ ਕਰ ਲਿਆ, ਕਿਉਂਕਿ ਔਗਣਹਾਰ ਲੋਕਾਂ ਦੀ ਸੰਗਤ ਕੀਤੀ, ਮਾੜੇ ਸੁਭਾਅ ਵਾਲਿਆਂ ਦੀ ਸੰਗਤ ਕੀਤੀ, ਉਹੋ ਜਿਹਾ ਸੁਭਾਅ ਆਪਣਾ ਬਣ ਗਿਆ। ਫਿਰ ਉਹਨਾਂ ਦੀ ਮਾਨਸਿਕਤਾ ਵੀ ਇਹੋ ਜਿਹੀ ਬਣ ਜਾਂਦੀ ਹੈ, ਉਹ ਸੋਚਦੇ ਆ ਵੀ ਮੇਰੇ 'ਚ ਕੋਈ ਗੁਣ ਨਹੀਂ, ਮੈਂ ਕੋਈ ਗੁਣ ਸਿੱਖ ਨਹੀਂ ਸਕਿਆ, ਮੈਂ ਕੋਈ ਆਪਣੇ ਜੀਵਨ 'ਚ ਗੁਣ ਪ੍ਰਗਟ ਨਹੀਂ ਕਰ ਸਕਿਆ। ਕਿਉਂ ਨਾ ਹੋਵੇ, ਜੇ ਮੈਂ ਕਿਸੇ ਦੂਜੇ ਵਰਗਾ ਨਹੀਂ ਬਣ ਸਕਦਾ, ਦੂਜੇ ਨੂੰ ਤਾਂ ਆਪਣੇ ਵਰਗਾ ਬਣਾ ਲਾ। ਔਗਣਹਾਰ ਇਨਸਾਨ ਇਹ ਸੋਚਦਾ ਕਿ ਦੂਸਰਾ ਬੰਦਾ ਵੀ ਮੇਰੇ ਵਰਗਾ ਬਣ ਜਾਏ। ਬੜੇ ਲੋਕ ਇਹੋ ਜਿਹੇ ਮਿਲਣਗੇ ਜਿਹੜੇ ਕਹਿੰਦੇ ਨੇ ਜੀ ਮੈਂ ਕੋਈ ਨਸ਼ਾ ਨਹੀਂ ਸੀ ਕਰਦਾ, ਬਸ ਸੰਗਤ ਇਹੋ ਜਿਹੀ ਸੀ, ਉਹਨਾਂ ਨੇ ਰੋਜ਼ ਜਬਰਨ ਕਹਿ ਕੇ ਧੱਕੇ ਨਾਲ ਮੈਨੂੰ ਨਸ਼ੇ ਤੇ ਲਾ ਦਿੱਤਾ। ਔਗਣਹਾਰ ਬੰਦਾ ਸੋਚਦਾ ਮੇਰੇ ਵਰਗਾ ਬਣੇ। ਕਈ ਵਾਰ ਚੰਗੇ ਭਲੇ ਲੋਕਾਂ ਨੂੰ ਆਪਣੀ ਸੰਗਤ ਵਿੱਚ ਬਿਠਾ ਕੇ ਆਪਣੇ ਵਰਗਾ ਕਰ ਲੈਂਦੇ ਆ। ਚੋਰ ਚੋਰੀਆਂ ਕਰਨ ਲਾ ਲੈਂਦਾ, ਨਸ਼ੇ ਵਾਲਾ ਨਸ਼ੇ ਕਰਨ ਲਾ ਲੈਂਦਾ, ਠੱਗੀਆਂ ਵਾਲਾ ਠੱਗੀਆਂ ਤੇ ਲਾ ਲੈਂਦਾ, ਮਾੜੇ ਕੰਮ ਕਰਨ ਵਾਲਾ ਮਾੜੇ ਕੰਮਾਂ ਤੇ ਲਾ ਲੈਂਦਾ। ਔਗਣ ਨੇ। ਹੁਣ ਇੱਕ ਗੁਣੀ ਬੰਦਾ ਇੱਕ ਔਗਣਹਾਰਾ, ਕਬੀਰ ਸਾਹਿਬ ਦਾ ਇੱਕ ਬਚਨ ਹੈ, ਕਬੀਰ ਸੰਤ ਨਾ ਛੱਡੈ ਸੰਤਈ ਜੋ ਕੋਟਕ ਮਿਲੈ ਅਸੰਤ। ਸੰਤ ਦਾ ਮਤਲਬ ਜਿਹਦੇ ਜੀਵਨ ਦੇ ਵਿੱਚ ਸੰਤ ਵਾਲੇ ਗੁਣ ਆ ਗਏ। ਸੰਤ ਦੇ ਗੁਣ ਕੀ ਨੇ? ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਆਹ ਇੱਕ ਸੰਤ ਦੀ ਪਰਿਭਾਸ਼ਾ ਹੈ। ਤੇ ਜਿਹੜਾ ਇਸ ਮੁਕਾਮ ਤੇ ਪਹੁੰਚ ਗਿਆ, ਜਿਹਦੀ ਅਵਸਥਾ ਇਹ ਬਣ ਗਈ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਜਿਹੜਾ ਸਾਸ ਗਿਰਾਸ ਪਰਮਾਤਮਾ ਨੂੰ ਯਾਦ ਰੱਖਦਾ, ਉਹਨੂੰ ਵਿਸਰਨ ਨਹੀਂ ਦਿੰਦਾ। ਸਵਾਲ ਹੀ ਪੈਦਾ ਨਹੀਂ ਹੁੰਦਾ ਉਹਦਾ ਧਿਆਨ ਕਿਸੇ ਪਾਸੇ ਹੋਰ ਚਲਿਆ ਜਾਏ, ਜਾਂ ਕਿਸੇ ਹੋਰ ਦੀ ਕਹੀ ਸੁਣੀ ਗੱਲ ਉਹਦੇ ਮਨ ਤੱਕ ਪਹੁੰਚ ਜਾਏ, ਕਿਉਂਕਿ ਉਹਦੇ ਹਿਰਦੇ ਵਿੱਚ ਤਾਂ ਪਰਮਾਤਮਾ ਦਾ ਚਿੰਤਨ ਚੱਲ ਰਿਹਾ। ਇੱਕ ਸਵਾਸ, ਇੱਕ ਪਲ, ਇੱਕ ਨਿਮਖ, ਇੱਕ ਖਿੰਨ ਕਿੰਨਾ ਕੁ ਹੁੰਦਾ ਹੈ। ਇੰਨੇ ਕੁ ਸਮੇਂ ਲਈ ਵੀ ਉਹ ਪਰਮਾਤਮਾ ਦੀ ਯਾਦ ਨੂੰ ਨਹੀਂ ਵਿਸਾਰਦੇ। ਦਿਨ ਰਾਤ, ਅੱਠੇ ਪਹਿਰ, ਉੱਠਦੇ ਬਹਿੰਦੇ ਸੌਂਦੇ ਜਾਗਦੇ, ਸੰਸਾਰੀ ਗੱਲਾਂ ਤੋਂ ਗੁਰੇਜ਼ ਕਰਦੇ ਆ ਤੇ ਹਰ ਵੇਲੇ ਧਿਆਨ ਪਰਮੇਸ਼ਰ ਦੇ ਚਿੰਤਨ ਵਿੱਚ ਲੱਗਿਆ ਰਹਿੰਦਾ ਹੈ। ਉਹ ਸੰਤ ਕਹੇ। ਤੇ ਉਹੋ ਜਿਹੇ ਸੰਤ ਨੂੰ ਕੋਟਕ ਮਿਲੈ ਅਸੰਤ। ਕੋਟਕ ਦਾ ਅਰਥ ਹੈ ਕਰੋੜਾਂ ਹੀ। ਕਰੋੜਾਂ ਹੀ ਔਗਣਹਾਰ ਲੋਕ ਮਿਲ ਜਾਣ, ਕਰੋੜਾਂ ਹੀ ਅਸੰਤ, ਜਿਨ੍ਹਾਂ ਵਿੱਚ ਕੋਈ ਸੰਤ ਵਾਲਾ ਗੁਣ ਨਾ ਹੋਵੇ, ਬਲਕਿ ਜ਼ਿੰਦਗੀ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਸਮੁੰਦਰ ਦੀ ਤਰ੍ਹਾਂ ਸਾਰਾ ਸਰੀਰ ਔਗਣਾਂ ਨਾਲ ਭਰਿਆ ਹੋਵੇ। ਇਹੋ ਜਿਹੇ ਲੋਕ ਵੀ ਮਿਲਣ ਉਹਨਾਂ ਨੂੰ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਉਹ ਆਪਣਾ ਗੁਣ ਨਹੀਂ ਗਵਾਉਂਦੇ, ਉਹ ਆਪਣਾ ਸੁਭਾਅ ਨਹੀਂ ਛੱਡਦੇ, ਉਹ ਆਪਣਾ ਨੇਮ ਨਹੀਂ ਛੱਡਦੇ। ਉਹ ਪਰਮਾਤਮਾ ਨੇ ਜਿੱਥੇ ਉਹਨਾਂ ਨੂੰ ਲਾਇਆ ਉੱਥੇ ਉਹ ਆਪਣਾ ਧਿਆਨ ਕੇਂਦਰਿਤ ਰੱਖਦੇ ਆ। ਲੱਖਾਂ ਕਰੋੜਾਂ ਅਣਗਿਣਤ ਉਹਨਾਂ ਨੂੰ ਅਸੰਤ, ਔਗਣਹਾਰ, ਪਾਪੀ, ਮਾੜੇ ਲੋਕ ਮਿਲਣ, ਕਿਸੇ ਦੀ ਕੋਈ ਪਰਵਾਹ ਨਹੀਂ। ਹਾਂ, ਜੇ ਕੋਈ ਇਹੋ ਜਿਹੇ ਪਾਪੀ ਔਗਣਹਾਰਿਆਂ ਵਿੱਚੋਂ ਆ ਕੇ ਬੇਨਤੀ ਕਰੇ ਕਿ ਮੇਰਾ ਵੀ ਜੀਵਨ ਬਦਲ ਦਿਓ, ਮੇਰੇ ਤੇ ਵੀ ਕਿਰਪਾ ਕਰ ਦਿਓ, ਸਾਡੇ ਵੀ ਮਾੜੇ ਕਰਮ ਕੱਟੇ ਜਾਣ, ਸਾਡੇ ਪਾਪ ਮਿਟ ਜਾਣ, ਅਸੀਂ ਵੀ ਪਰਮਾਤਮਾ ਦੀ ਸਿਫਤ 'ਚ ਜੁੜ ਜਾਈਏ, ਉਹਨਾਂ ਤੇ ਜ਼ਰੂਰ ਕਿਰਪਾ ਕਰ ਦਿੰਦੇ। ਉਹਨਾਂ ਨੂੰ ਨਾਲ ਰਲਾ ਲੈਂਦੇ ਆ, ਉਹਨਾਂ ਨੂੰ ਨਾਲ ਮਿਲਾ ਲੈਂਦੇ ਆ। ਇਹ ਸੰਤ ਵਿੱਚ ਪਰਮਾਤਮਾ ਨੇ ਇੱਕ ਗੁਣ ਟਿਕਾਇਆ ਵਿਸ਼ੇਸ਼, ਇੱਕ ਬੰਦਗੀ ਵਾਲਾ, ਇੱਕ ਨਾਮ ਅਭਿਆਸੀ। ਜਦੋਂ ਤੁਸੀਂ ਉਹਦੀ ਸੰਗਤ ਕਰਦੇ ਹੋ, ਰੰਗ ਲਾਗਤ 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 ਕਹਿ। ਬੰਦਗੀ ਵਾਲੇ ਦੀ ਸੰਗਤ ਕਰਨ ਵਾਲਾ ਇੱਕ ਦਿਨ ਬੰਦਗੀ ਕਰਨ ਲੱਗ ਪੈਂਦਾ ਹੈ। ਸਿਮਰਨ ਕਰਨ ਵਾਲੇ ਦੀ ਸੰਗਤ ਕਰਨ ਵਾਲਾ ਇੱਕ ਦਿਨ ਸਿਮਰਨ ਕਰਨ ਲੱਗ ਪੈਂਦਾ ਹੈ।
ਮੈਡੀਟੇਸ਼ਨ ਕਰਨ ਵਾਲੇ ਦੀ ਸੰਗਤ ਕਰਕੇ ਇੱਕ ਦਿਨ ਮੈਡੀਟੇਸ਼ਨ ਕੋਈ ਕਰਨ ਲੱਗ ਪੈਂਦਾ ਹੈ। ਸੇਵਾ ਕਰਨ ਵਾਲਿਆਂ ਦੀ ਸੰਗਤ ਨਾਲ ਇੱਕ ਦਿਨ ਮਨ ਕਰਦਾ ਵੀ ਆਪਾਂ ਵੀ ਸੇਵਾ ਕਰੀਏ। ਇਹ ਸੁਭਾਗ ਹੈ। ਜੇ ਚੋਰਾਂ ਨਾਲ ਰਲ ਕੇ ਚੋਰੀ ਕਰਦਾ ਹੈ, ਨਸ਼ੇੜੀਆਂ ਨਾਲ ਰਲ ਕੇ ਨਸ਼ਾ ਕਰ ਸਕਦਾ ਮਨ, ਤਾਂ ਇਹ ਮਨ ਚੰਗੇ ਲੋਕਾਂ ਨਾਲ ਰਲ ਕੇ ਚੰਗਾ ਵੀ ਬਣ ਜਾਂਦਾ ਹੈ। ਸੰਗਤ ਬੜਾ ਮੈਟਰ ਕਰਦੀ ਹੈ ਇਹਦੇ ਜੀਵਨ 'ਚ। ਤਾਂ ਮਹਾਰਾਜ ਸਾਹਿਬ ਕਹਿੰਦੇ ਆ, ਜਿਹੜਾ ਇੱਕ ਉਸ ਮੁਕਾਮ ਤੇ ਪਹੁੰਚ ਗਿਆ ਜਿੱਥੇ ਹੁਣ ਉਹਨੂੰ ਬਾਹਰਲੇ ਕਿਸੇ ਗੱਲ ਦਾ ਕੋਈ ਫਰਕ ਨਹੀਂ ਹੈ, ਕਿਸੇ ਦਾ ਅਸਰ ਨਹੀਂ ਪੈਂਦਾ, ਉਹਨੂੰ ਜਿੰਨੇ ਮਰਜ਼ੀ ਸੰਤ ਮਿਲਣ, ਉਹ ਆਪਣਾ ਗੁਣ ਨਹੀਂ ਛੱਡਦਾ। ਗੁਣਵਾਨ ਬੰਦੇ ਦਾ ਇਹੀ ਗੁਣ ਹੁੰਦਾ ਹੈ, ਜਿਵੇਂ ਚੰਦਨ ਦੂਜਿਆਂ ਨੂੰ ਆਪਣੇ ਵਰਗਾ ਬਣਾ ਲੈਂਦਾ ਹੈ, ਪਰ ਆਪ ਚੰਦਨ ਕਦੇ ਵੀ ਅਰਿੰਡ ਵਰਗਾ ਨਹੀਂ ਬਣਦਾ। ਅਰਿੰਡ ਨੂੰ ਖੁਸ਼ਬੂ ਦੇ ਕੇ ਆਪਣੇ ਵਰਗਾ ਕਰ ਲੈਂਦਾ ਹੈ। ਅੱਕ ਕਿੰਨਾ ਕੌੜਾ ਹੁੰਦਾ, ਉਹਨੂੰ ਵੀ ਸੁਗੰਧੀ ਦੇ ਕੇ ਆਪਣੇ ਵਰਗਾ ਕਰ ਲੈਂਦਾ ਹੈ। ਬਾਂਸ ਰਹਿ ਜਾਂਦਾ, ਬਾਂਸ ਭਾਵੇਂ ਕੋਲੇ ਹੀ ਹੋਵੇ, ਕਿਉਂਕਿ ਹੰਕਾਰ ਹੈ ਉਹਦੇ ਵਿੱਚ। 5 ਔਗਣ ਵੀ ਨੇ, ਹੰਕਾਰ ਵੀ ਹੈ ਕਿ ਮੈਂ ਸਭ ਤੋਂ ਉੱਚਾ। ਹੰਕਾਰ ਤਾਂ ਕਿਸੇ ਨੂੰ ਵੀ ਕਿਸੇ ਗੱਲ ਦਾ ਚੰਗਾ ਨਹੀਂ ਲੱਗਦਾ, ਪਰ ਚੰਦਨ ਆਪਣੇ ਵਰਗਾ ਦੂਜਿਆਂ ਨੂੰ ਕਰ ਲੈਂਦਾ ਹੈ, ਆਪ ਕਿਸੇ ਵਰਗਾ ਨਹੀਂ ਬਣਦਾ। ਉਹਦੇ ਕੋਲੇ ਅੱਕ ਵੀ ਹੈ, ਨਿੰਮ ਵੀ ਹੈ, ਉਹਦੇ ਕੋਲੇ ਅਰਿੰਡ ਵੀ ਆਲੇ ਦੁਆਲੇ, ਸਾਰਿਆਂ ਨੂੰ ਸੁਗੰਧੀ ਦਿੰਦਾ, ਆਪ ਕਿਸੇ ਦਾ ਪ੍ਰਭਾਵ ਨਹੀਂ ਕਬੂਲਦਾ। ਗੁਣਵਾਨ ਬੰਦਾ ਆਪਣੇ ਗੁਣ ਤਾਂ ਦੂਜੇ ਨੂੰ ਦੇ ਦਿੰਦਾ, ਲੇਕਿਨ ਦੂਜੇ ਦੇ ਔਗਣ ਆਪਣੇ ਤੱਕ ਨਹੀਂ ਆਉਣ ਦਿੰਦਾ। ਉਹਨੇ ਸ਼ਬਦ ਦੀ ਚਾਰ ਦੀਵਾਰੀ ਇੰਨੀ ਆਪਣੇ ਆਲੇ ਦੁਆਲੇ ਕੀਤੀ ਹੁੰਦੀ ਹੈ, ਸ਼ਬਦ ਦਾ ਪਹਿਰਾ ਇੰਨਾ ਸਖਤ ਲਾਇਆ ਹੁੰਦਾ ਕਿ ਔਗਣ, ਕੋਈ ਮਾੜੀ ਅਲਾਮਤ ਉਹਦੇ ਨੇੜੇ ਤੇੜੇ ਨਹੀਂ ਆ ਸਕਦੀ। ਤੋ ਇਸ ਲਈ ਮਹਾਰਾਜ ਕਹਿੰਦੇ ਆ, ਤਾਤੀ ਵਾਉ ਨਾ ਲਾਗਈ ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੈ ਨਾ ਭਾਈ, ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ। ਅਸੀਂ ਕਦੇ ਗੁਰ ਸ਼ਬਦ ਦੀ ਪ੍ਰੋਟੈਕਸ਼ਨ ਮੰਗਦੇ ਨਹੀਂ, ਕਦੇ ਗੁਰ ਸ਼ਬਦ ਤੋਂ ਸੁਰੱਖਿਆ ਮੰਗਦੇ ਨਹੀਂ, ਕਦੇ ਗੁਰ ਸ਼ਬਦ ਦਾ ਆਪਣੇ ਆਲੇ ਦੁਆਲੇ ਘੇਰਾ ਬਣਾਉਂਦੇ ਨਹੀਂ। ਬਣਾ ਕੇ ਵੇਖੋ, ਗੁਰ ਸ਼ਬਦ ਤੋਂ ਸੁਰੱਖਿਆ ਲੈ ਕੇ ਵੇਖੋ। ਇਹ ਸੁਰੱਖਿਆ ਤਾਂ ਹਰ ਵੇਲੇ ਹਰ ਪਲ ਤੁਹਾਡੇ ਨਾਲ ਰਹੇਗੀ। ਇੱਕ ਤੁਹਾਡੇ ਘਰ ਵਿੱਚ ਜਾਂ ਤੁਹਾਡੇ ਜਿੱਥੇ ਜਿੱਥੇ ਰਹਿੰਦੇ ਹੋ ਟਿਕਾਣੇ ਨੇ, ਤੁਹਾਡੇ ਬਾਡੀਗਾਰਡ ਵੀ ਉੱਥੋਂ ਸਿਰੇ ਤੱਕ ਨਹੀਂ ਜਾ ਸਕਣਗੇ। ਤੁਹਾਨੂੰ ਬੈੱਡਰੂਮ ਤੱਕ ਤਾਂ ਇਕੱਲਿਆਂ ਨੂੰ ਜਾਣਾ ਪਏਗਾ, ਉਹ ਬਾਹਰ ਰੁਕ ਜਾਣਗੇ। ਜਦੋਂ ਤੁਸੀਂ ਆਪਣੇ ਘਰ ਦੀ ਹਦੂਦ ਚਲੇ ਗਏ, ਤੁਹਾਡੇ ਜਿੰਨੇ ਮਰਜ਼ੀ ਬਾਡੀਗਾਰਡ ਨੇ ਉਹ ਘਰ ਦੇ ਆਲੇ ਦੁਆਲੇ ਰੁਕ ਜਾਣਗੇ, ਪਰ ਫਿਰ ਵੀ ਉੱਥੋਂ 100 200 400 ਫੁੱਟ ਦਾ 500-700 ਗਜ਼ ਦਾ ਜਿਹੜਾ ਉਹ ਫਰਕ ਦੂਰੀ ਰਹੇਗੀ। ਪਰ ਜੇ ਸ਼ਬਦ ਦੀ ਸੁਰੱਖਿਆ ਅਸੀਂ ਲਈ ਹੋਏਗੀ, ਸ਼ਬਦ ਤਾਂ ਅੰਗਾਂ ਦੀ ਤਰ੍ਹਾਂ ਸਾਡੇ ਨਾਲ ਰਹੇਗਾ, ਸਵਾਸਾਂ ਦੀ ਤਰ੍ਹਾਂ ਨਾਲ ਰਹੇਗਾ। ਜਿਵੇਂ ਜਿਵੇਂ ਸਵਾਸ ਚੱਲਣਗੇ, ਸ਼ਬਦ ਵੀ ਸਾਡੇ ਨਾਲ ਨਾਲ ਚੱਲੇਗਾ। ਤੁਸੀਂ ਜਿੱਥੇ ਮਰਜ਼ੀ ਰਹੋ, ਜਿੱਥੇ ਮਰਜ਼ੀ ਸੌਵੋ, ਜਿੱਥੇ ਮਰਜ਼ੀ ਬੈਠੋ ਜਾ ਕੇ, ਇਹ ਸ਼ਬਦ ਨਾਲ ਨਾਲ ਰਹੇਗਾ, ਜੇ ਅਸੀਂ ਸ਼ਬਦ ਦਾ ਸੁਰੱਖਿਆ ਦਾ ਘੇਰਾ ਆਪਣੇ ਨਾਲ ਲੈ ਕੇ ਚੱਲਾਂਗੇ। ਤਾਂ ਮਹਾਰਾਜ ਕਹਿੰਦੇ ਆ, ਜਿਵੇਂ ਗੁਣਵਾਨ ਬੰਦੇ ਕਿਹੋ ਜਿਹੇ ਹੁੰਦੇ ਆ, ਜਿਵੇਂ ਜਿੰਨੀਆਂ ਵੀ ਨਦੀਆਂ ਨਾਲੇ ਨੇ ਗੰਗਾ ਵਿੱਚ ਵਹਿੰਦੇ ਨੇ, ਉਹ ਗੰਗਾ ਦਾ ਰੂਪ ਹੋ ਜਾਂਦੇ ਆ, ਲੇਕਿਨ ਗੰਗਾ ਕਿਸੇ ਉਹਨਾਂ ਨਦੀਆਂ ਨਾਲਿਆਂ ਦਾ ਰੂਪ ਨਹੀਂ ਹੁੰਦੀ। ਕਿੰਨੇ ਮਾੜੇ ਪਾਣੀਆਂ ਦੇ ਵਹਿਣ ਵੀ ਉਹ ਚ ਰਲਦੇ ਹੋਣਗੇ, ਪਰ ਗੰਗਾ ਦਾ ਵਹਾਅ ਇੰਨਾ ਤੇਜ਼ ਆ, ਗੰਗਾ ਆਪ ਇੰਨੀ ਵਿਸ਼ਾਲ ਹੈ, ਉਹ ਕਿਸੇ ਦਾ ਪ੍ਰਭਾਵ ਨਹੀਂ ਕਬੂਲਦੀ। ਹਾਂ, ਆਪਣਾ ਰੂਪ ਦੇ ਕੇ ਆਪਣੇ ਵਰਗਾ ਕਰ ਲੈਂਦੇ ਆ। ਗੁਣਵਾਨ ਇਨਸਾਨ ਗੰਗਾ ਦੀ ਤਰ੍ਹਾਂ ਹੈ। ਕੋਈ ਵੀ ਉਹਦੇ ਕੋਲ ਆਵੇ, ਮਾੜੇ ਜੀਵਨ ਵਾਲਾ, ਮਾੜੇ ਕਰਮਾਂ ਵਾਲਾ, ਮਾੜੇ ਸੁਭਾਅ ਵਾਲਾ, ਮਾੜੀ ਨੇਚਰ ਵਾਲਾ, ਉਹਨੂੰ ਆਪਣੇ ਗੁਣ ਦੇ ਕੇ ਆਪਣੇ ਵਰਗਾ ਬਣਾਉਣ ਦਾ ਯਤਨ ਕਰਦੇ ਆ, ਬਣਾ ਵੀ ਲੈਂਦੇ ਆ, ਪਰ ਉਹ ਆਪ ਕਿਸੇ ਦਾ ਪ੍ਰਭਾਵ ਨਹੀਂ ਕਬੂਲਦੇ। ਗੁਣਵਾਨ ਇਨਸਾਨ ਤਾਂ ਪਾਰਸ ਦੀ ਤਰ੍ਹਾਂ ਹੁੰਦਾ ਹੈ। ਪਾਰਸ ਨੂੰ ਤੁਸੀਂ ਵੇਖਿਓ, ਉਹ ਲੋਹੇ ਨੂੰ ਸੋਨਾ ਕਰ ਦੇਗਾ, ਲੇਕਿਨ ਆਪ ਲੋਹਾ ਨਹੀਂ ਬਣਦਾ। ਪਾਰਸ ਚਾਂਦੀ ਨੂੰ ਸੋਨਾ ਬਣਾ ਦੇਗਾ, ਲੇਕਿਨ ਆਪ ਚਾਂਦੀ ਨਹੀਂ ਬਣਦਾ। ਪਾਰਸ ਤਾਂਬੇ ਨੂੰ ਸੋਨਾ ਬਣਾ ਦੇਗਾ, ਲੇਕਿਨ ਆਪ ਤਾਂਬਾ ਨਹੀਂ ਬਣਦਾ। ਇਹ ਉਹਦਾ ਗੁਣ ਹੈ। ਪਰਮਾਤਮਾ ਨੇ ਐਡੀ ਵਿਲੱਖਣਤਾ ਉਹਦੇ ਵਿੱਚ ਰੱਖੀ ਹੈ। ਗੁਣਵਾਨ ਇਨਸਾਨਾਂ ਦੀਆਂ ਇਹ ਨਿਸ਼ਾਨੀਆਂ ਨੇ। ਆਪ ਆਪਣੇ ਨਾਮ ਦੀ ਰੰਗਤ ਨਾਲ, ਪਰਮੇਸ਼ਰ ਦੀ ਕੀਤੀ ਹੋਈ ਇਬਾਦਤ ਦੇ ਪ੍ਰਭਾਵ ਨਾਲ ਵੱਡੇ ਵੱਡੇ ਪਾਪੀ ਲੋਕਾਂ ਦਾ ਸੁਭਾਅ ਬਦਲਣ ਦੀ ਤਾਕਤ ਰੱਖਦੇ ਆ। ਉਹਨਾਂ ਨੂੰ ਪਰਮਾਤਮਾ ਨਾਲ ਜੋੜਦੇ, ਆਪਣੇ ਵਰਗਾ ਵੀ ਨਹੀਂ ਬਣਾਉਂਦੇ।
क्योंकि दैवी गुण तो परमात्मा दे ही आ ना। परमात्मा दे गुण जदों दूसरे नूं दिंदे आ ते जिहदे विच भी वो रब्बी गुण आउणगे ते वो रब दा रूप होएगा, परमेश्वर दा रूप होएगा। गुणवान इंसान जिहड़े ने तां ही तां महाराज कहंदे आ गुणा का होवे वासुला कड वास लई जै, जे गुण होवन साजना मिल सांझ करीजै। जे तैनूं गुणवान लोग मिलन, उन्हां कोले गुणां दा भरिया होया एक डब्बा होवे। वासुला दा मतलब हुंदा जिस भांडे विच जिस डब्बे च गुण ही गुण पाए हो। सुगंधी दा भरिया डब्बा है, उहदे विच इन्ने गुण ने, इन्नियां खूबियां ने, तेरी सांझ उस डब्बे नाल नहीं उस डब्बे च पए हुए गुणां नाल होनी चाहिदी है। जे तू दैवी गुण परमात्मा दे सोहणे सोहणे तू खूबसूरत गुण धारण करने चाहना तो फिर एक काम कर, जे गुण होवन साजना मिल सांझ करीजै। तू गुरमुखां दी संगत कर, रब दे प्यारियां दी संगत कर। इसे करके महाराज ने संगत नूं बड़ी वड्डी तरजीह दित्ती है, बड़ी वड्डी अहमियत दित्ती है, क्योंकि संगत विच एक दू एक चढ़ंदियां। कौन जाने मेरा नाओ जीओ, इत्थे पता नहीं किन्ने उच्चे उच्चे जीवन वाले जिहड़े आत्मिक तौर ते कई कई घंटियां दा अभ्यास करने वाले, सिमरन करने वाले, सिमरन सेवा करने वाले, मैडिटेशन करने वाले, बाणी पढ़न वाले, एक एक चौंकड़े च अखंड पाठ साहब करने वालियां रूहां भी कई बार संगत विच आउंदियां, आपां नूं नहीं पता लगदा। पर जदों किते रब्बी सवाबी उन्हां कोले बैठण दा सुभाग प्राप्त हो जाए तो फिर उन्हां दे जीवन विच जदों गुणां दा झलकारा पैंदा। हुण फुੱਲ गुलाब दा फुੱਲ किसे कोल होवे ते इह किवें हो सकदा भी उहदी सुगंधी ना होवे? फुੱਲ असली होना चाहिदा। ਉਹਦੀ खूबी यह है कि जिहो जिहा मर्जी आले दुआले दुर्गंधियां का प्रभाव भी जिन्ना मर्जी होवे, लेकिन गुलाब के फुੱਲ ने अपनी सुगंधी बखेर जानी है। और तुसी गुलाब का फुੱਲ फड़िया हाथ च किते लैके जा रहे हो, वापस रख के आओ। हुण तुहाडे हाथ च गुलाब का फुੱਲ ना भी होवे पर तुहाडे हत्थां चों महक तां भी आउंदी रहेगी। ये ने गुणवान लोग। गुणवान बंदे की संगत करो जिहदे अंदर नाम की कणी टिकी हुई आ, जिहदा अंदर परमात्मा नाल जुड़िया, कदे उहदे बचन सुने, उहदे कोल बैठे हो, बैठे बैठे भी प्रभाव एडा पएगा। जदों तुसी घर नूं चले जाओगे, घर तक जांदियां कई घंटे उहदे बचनां दा प्रभाव, उहदे औरे दा प्रभाव तुहाडे मन ते रहेगा। महसूस करियो कदे। तो महाराज साहब कहंदे आ जे गुण होवन साजना मिल सांझ करीजै। जे तू भी अपने अंदरों गुण प्रगट करने चाहना, जे तेनों लगता कि औगण घटन गुणा नाल मेरे जीवन की सांझ पवे तो गुरमुखां की संगत कर, जिन्हां दे जीवन विच परमात्मा दे दैवी गुण, रब्बी गुण, इलाही गुण प्रगट हो चुके आ, जिन्हां ने अपना आप परमात्मा दे नाम विच अभेद कर लिया। जिवें कल बेनती करी, सुनना समझना ते समा जाना। जिहड़े समा गए ने उहदे विच बूंद सागर हो गई आ, नदियां नाले गंगा हो गए ने, लोहा पारस की संगत करके सोना हो चुकिया। जिन्हां दे जीवन इवें बदल गए ने, जिवें कबीर साहब ने कहा गंगा के संग सलता बिगरी सो सलता गंगा होए निवरी, चंदन के संग तरवर बिगड़ियो सो तरवर चंदन होए निवरियो। ते कहंदे ने पारस के संग तांबा बिगड़ियो सो तांबा कंचन होए निवरियो, संतन संग कबीरा बिगड़ियो सो कबीरा रामै होए निवरियो। आ संगत दे असर ने। जेड़े कबीर नूं कबीर लोग कहंदे जलाहा कहंदे सी, नीवा कहंदे सी, बड़ा लोग कबीर मेरी जात को सबको हसने हार हसदे सी मेरी जात ते। पर अज गुरु पारस मिलिया, अज परमात्मा का नाम पारस वर्गा नाम मिलिया। उस पारस वर्गे नाम ने, उस चंदन वर्गे नाम ने, उस गंगा दे पाक पवित्र पानी वर्गे नाम ने कबीर का जीवन इन्ना उच्चा कर दिता। सो कबीरा संतन नहीं किया रामै होए निवरियो, वो राम का रूप ही हो गया। ते अज कबीर की बन गया? अब तो जाए चढ़े सिंहासन मिले हैं सारंग पानी, राम कबीरा एक भय है। देखो अवस्था की हो गई, कोई ना सका पछानी। हुण किसी नूं पछाण नहीं आउंदी रब कौन है ते कबीर कौन है। पाछा लाभो हर फिरै कहत कबीर कबीर। जीवन इन्ना उच्चा हो गया, लोग रब नूं लभ रहे, रब कबीर साहब नूं लभदा फिर रहा। इदां जीवन बदलदे इत्थे संगत विच आके।
सतगुरु पातशाह हर रोज़ साढ़े ते बड़ियां बख्शिशां करदे आ। तो महाराज कहंदे आ भाई सांझ करी जै गुणै केरी छोड़ अवगुण चली है। मैं बेनती कर रहा सी कि रब ने सारिਆਂ ਨੂੰ ਇੱਕੋ ਜਿਹਾ पैदा किया। किसी ने अपने जीवन च गुण पैदा कर ले, किसी ने औगुणां नाल सांझ पा लई। असी इत्थे आउणे आ, असी इसे गल दा एक पड़चोल करनी है, एक मुलांकन करना हुंदा कि मेरे च औगण किन्ने का गुण किन्ने आ। गुरु दे गुणां दी समझ आवे, सानू साडे औगणां दी समझ आवे। गुरु साहब की कह रहा, मैं की कर रहा, गुरु किहड़े गुणां नाल सांझ पवा रहा, मेरी किहड़े औगणां नाल सांझ पई आ। इन्हां गल्लां दा असीं इत्थे बैठ के विश्लेषण करना हुंदा। चलो जे समझ आ जाए फिर गुरु को अरदास करिए, सतगुरु साडी समझ तो बाहर है, बस कृपा करो साडे जीवन चो औगण, क्योंकि साचे साहिब सब गुण औगण सब असा। तुहाडे विच सारे गुण है, सारे औगण साडे विच ने, बल्कि समुंदर दे पानी की तरह औगण भरे। हम अवगुण भरे, एक गुण नहीं, एक भी गुण नहीं है। पर हुण तुहाडे कोल आए आ, हुण गुणां नाल सांझ पवा दिओ, साडे जीवन विच वो गुण प्रगट करो जिहड़े गुणां लई महाराज ने कहा विण गुण कीते भगत ना होए। वो गुणां दी सांझ साडे जीवन विच, साडे जीवन दी, साडे अंदरूनी जीवन दी उन्हां गुणां नाल सांझ पवायो। गुणवान बंदा अपने गुण संभाल लैंदा है, पर औगणहार बंदा अपने अपमान जदों औगणा, देखो कुदरती गल है, गुणवान बंदे दा सारियां ने यश करना है, उन्होंने वडियाई देनी आ, उन्होंने मान देना, उन्होंने शोभा देनी आ, उहदी वक्री आओ भगत होएगी, क्योंकि तो गुणां नूं सलाम है। किसे अंदर कोई गुण प्रगट जदों हुंदा है, भावें डॉक्टरी का गुण प्रगट होवे, वकील का गुण प्रगट होवे, कोई साइंटिस्ट का गुण प्रगट होवे, किसी भी तरह की जदों कला किसी विचों उभरदी है तो दुनिया नूं हत्थां ते चकदी है, कुदरती गल है। जदों किसी विचों औगण प्रगट हुंदा है तो उन्हां दा जो दुनिया च अपमान हुंदा, वो भी आपां वेखदे आ, टीवी चैनलों वाले, मीडिया वाले, अखबारां वाले, आम लोग, फिर उन्हां दी जिहड़ी माड़े कर्म की निंदिया भी उन्नी हुंदी है जिन्नी किसी के चंगे कर्म की उस्तत हुंदी है। ये बराबर ही है दोनों गल्लां। चंगे गुण ने जदों प्रगट होना, मान सत्कार भी उन्ना मिलना है, जदों माड़े औगण ने प्रगट होना है, अपमान भी उन्ना ही मिलना। जदों औगणहार बंदे का अपमान हुंदा है, उहदा औगण प्रगट हुंदा है, फिर उहदा अपमान हुंदा है, ते ओह अपमान का बदला लैण वास्ते जिन्हें जिन्हें उहदा अपमान किया, जबकि जिन्हें जो किया सही किया हुंदा है, पर उहदा बदला लैण वास्ते जदों वह बोलदा है, फिर उहदे बोलां विच रज के निंदिया भरी हुंदी है, उहदे बोलां विच रज के द्वेष भावना भरी हुंदी है, उहदे बोलां दे विच इन्नी अग, इन्नी ईरखा, इन्ना साड़ा, इन्नी द्वेष भरी हुंदी है, इउं लगदा जिधर नूं बोल निकलते जा रहे बस साड़ते ही जा रहे हैं। जदों औगणहारा बंदा अपने होए अपमान का बदला लैंदा, फिर वह संत कुसंत कुछ नहीं वेखदा, चंगा माड़ा कुछ नहीं वेखदा, अपना पराया कुछ नहीं वेखदा, फिर वह शब्दां की मर्यादा भी भुल जाता है, अपने जीवन नूं इन्ना नीवें पद्धर ते लिया के वह माड़े शब्द अपनी रसना तो कढ़दा है, जेड़े सुनने भी औखे आ ते वो सुन के माफ करना भी औखा है। पिछे कारण की है? औगण। क्योंकि उहदे जीवन में औगण इन्ने प्रभाव रखते सन, उन्हां औगणा ने माड़े कर्म कराए, माड़े कर्मा करके अपमान होया, हुण उस अपमान का बदला वह निंदिया करके लेना चाहता। निंदिया की है? फुल नूं कंडा कहना यह निंदिया, कंडे नूं फुल कहना यह उस्तत है, लेकिन कंडे नूं कंडा कहना, फुल नूं फुल कहना यह सच है। एक विचों ही तीन गल्लां ने। बहुते लोग अज फुल नूं कंडा कहन लगे हुए आ। औगणहार बंदा की करदा, फिर जदों वो ईरखा वस होया बोलदा है, द्वेष वस होया बोलदा है, वो कदे पहलां तो मौका नहीं खजाउंदा, फिर वो फुल्लां नूं कंडे बना के पेश करना चाहुंदा है। वो गुणवान बंदियां नूं उन्हां दे चंगे कामां नूं औगण बना के पेश करना चाहुंदा है, जद कि चाहीदा तां इह आ भी जे उहने चंगा काम कीता तू 10 उस तो चंगे कर। जे उन्हें अपने इलाके च चंगा काम एक इलाके लैवल ते अपने छोटे जे एरिए च कीता, तू उस तो वड्डे हलके तू डिस्ट्रिक्ट लैवल ते कर। इस गल नाल तू उहदी काट कर सकदा है, तू उहनूं माड़ा कह के नहीं कट सकदा। पर जिन्हां दी सांझ औगणां नाल पै गई,
ਉਹਨਾਂ ਦੇ ਸਤਿਗੁਰੂ ਪਾਤਸ਼ਾਹ ਕਹਿੰਦੇ ਜੀਵਨਾਂ ਦੇ ਵਿੱਚ ਇਸ ਤਰ੍ਹਾਂ ਦੇ ਫਿਰ ਜਿਹੜੇ ਇਹ ਵਰਤਾਰੇ ਵਰਤਦੇ ਨੇ, ਸਾਰੀ ਜ਼ਿੰਦਗੀ ਗੁਣ ਤਾਂ ਫਿਰ ਕੀ ਇਕੱਠੇ ਕਰਨੇ ਆ, ਉਹਨਾਂ ਦੀ ਸਾਂਝ ਔਗਣਾਂ ਨਾਲ ਬਣੀ ਰਹਿੰਦੀ ਆ, ਬਲਕਿ ਔਗਣ ਪੱਕੇ ਹੋ ਜਾਂਦੇ ਆ, ਉਹ ਸੁਭਾਅ ਬਣ ਜਾਂਦਾ ਹੈ, ਉਹ ਸੰਸਕਾਰ ਬਣ ਜਾਂਦਾ ਹੈ। ਤੇ ਦੂਸਰੀ ਗੱਲ ਇੱਕ ਹੋਰ ਯਾਦ ਰੱਖਿਓ, ਇਹ ਮਨੋਵਿਗਿਆਨੀ ਲੋਕਾਂ ਦਾ ਮੰਨਣਾ ਹੈ, ਜਿਵੇਂ ਜਿਵੇਂ ਉਮਰ ਵੱਧਦੀ ਹੈ ਨਾ, ਗੁਣ ਵੀ ਵੱਡਾ ਹੁੰਦਾ ਹੈ, ਔਗਣ ਵੀ ਵੱਡਾ ਹੁੰਦਾ ਹੈ। ਤਜਰਬਾ ਕਰਕੇ ਵੇਖਿਓ, ਜਿਵੇਂ ਜਿਵੇਂ ਉਮਰ ਦਾ ਤਕਾਜ਼ਾ ਵੱਧਦਾ ਜਾਏਗਾ, ਗੁਣ ਵੀ ਵੱਡਾ ਹੁੰਦਾ ਜਾਏਗਾ, ਔਗਣ ਵੀ ਵੱਡਾ ਹੁੰਦਾ ਜਾਏਗਾ। ਜਿਹਦੇ ਵਿੱਚ ਸੱਚ ਬੋਲਣ ਦਾ ਗੁਣ ਆ ਗਿਆ, ਮੰਨ ਲਓ ਹੁਣ ਬੱਚਾ ਘਰੇ ਉਹਨੇ ਕੋਈ ਨਿੱਕੀ ਜਿਹੀ ਗਲਤੀ ਕਰੀ, ਉਹਨੇ ਸੱਚ ਦੱਸਤਾ, ਕੱਲ ਥੋੜਾ ਵੱਡਾ ਹੋਇਆ ਗਲਤੀ ਵੱਡੀ ਹੋਈ, ਉਹਨੇ ਫਿਰ ਸੱਚ ਦੱਸਤਾ, ਥੋੜਾ ਹੋਰ ਵੱਡਾ ਹੋਇਆ ਹੋਰ ਵੱਡੀ ਗਲਤੀ ਹੋਈ, ਉਹਨੇ ਫਿਰ ਸੱਚ ਦੱਸਤਾ। ਹੁਣ ਵੱਡਾ ਹੁੰਦਾ ਗਿਆ, ਗਲਤੀਆਂ ਵੀ ਵੱਡੀਆਂ, ਗੁਣ ਵੀ, ਸੱਚ ਦਾ ਗੁਣ ਉਹ ਵੀ ਵੱਡਾ ਹੁੰਦਾ ਗਿਆ। ਤੇ ਜਿਸ ਇਨਸਾਨ ਨੇ ਅੱਜ ਹਜੇ ਜਵਾਨੀ ਪਹਿਰੇ ਦੇ ਵਿੱਚ ਉਹਨੇ ਪੈਰ ਰੱਖਿਆ, ਮੰਨ ਲਓ ਗਲਤ ਸੰਗਤ ਕਰਕੇ ਮਾੜਾ ਜਿਹਾ ਨਸ਼ਾ, ਜਿਹਨੇ ਕਿਹਾ ਚੈੱਕ ਕਰਕੇ ਵੇਖ ਇਹਦਾ ਸਵਾਦ ਕੀ ਆ, ਅੱਜ ਚੈੱਕ ਕੀਤਾ, ਇੱਕ ਬਿਲਕੁਲ ਰੱਤੀ ਮਾਤਰ ਤੋਂ ਉਹਨੇ 1 ਗ੍ਰਾਮ ਮਾਤਰ ਤੋਂ ਚੈੱਕ ਕੀਤਾ। ਹੁਣ ਉਮਰ ਵੱਧਦੀ ਗਈ, ਜਿਹਨੇ 1 ਚਮਚੇ ਤੋਂ 1 ਗ੍ਰਾਮ ਤੋਂ 1 ਰੱਤੀ ਤੋਂ 1 ਨਸ਼ੇ ਨੂੰ ਚੈੱਕ ਕੀਤਾ, ਉਮਰ ਵੱਡੀ ਹੁੰਦੀ ਗਈ, ਔਗਣ ਅੱਜ ਜੀਵਨ ਚ ਆਇਆ, ਫਿਰ ਹੌਲੀ ਹੌਲੀ ਉਹ 2 ਚਮਚਿਆਂ ਤੇ ਆ ਗਿਆ, 2 ਗ੍ਰਾਮ ਤੇ ਆ ਗਿਆ, ਉਮਰ ਵੱਡੀ ਹੋਈ, ਔਗਣ ਵੱਡਾ ਹੋਇਆ, 10 ਗ੍ਰਾਮ ਤੇ ਆ ਗਿਆ, ਉਮਰ ਹੋਰ ਵੱਡੀ ਹੋਈ, ਔਗਣ ਹੋਰ ਵੱਡਾ ਹੋਇਆ, ਫਿਰ ਉਹ ਪਾਈਆ ਚ ਆ ਗਿਆ, ਅੱਧਾ ਕਿਲੋ ਚ ਆ ਗਿਆ, ਫਿਰ ਗਲਾਸਾਂ ਤੇ ਆ ਗਿਆ, ਫਿਰ ਬੋਤਲਾਂ ਤੇ ਆ ਗਿਆ। ਜਿਵੇਂ ਜਿਵੇਂ ਉਮਰ ਵੱਡੀ ਹੁੰਦੀ ਗਈ, ਔਗਣ ਵੱਡਾ ਹੁੰਦਾ ਗਿਆ, ਉਵੇਂ ਉਵੇਂ ਇਹ ਔਗਣ ਵੀ ਆਪਣੇ ਜੀਵਨ 'ਚ ਵੱਡਾ ਪ੍ਰਭਾਵ ਪਾਉਣ ਲੱਗ ਪੈਂਦੇ ਆ। ਇਹ ਕੁਦਰਤੀ ਗੱਲਾਂ ਚੱਲਦੀਆਂ ਆ ਰਹੀਆਂ ਨੇ ਜੀਵਨ ਦੇ ਨਾਲ। ਤੇ ਇਸੇ ਕਰਕੇ ਮਹਾਰਾਜ ਕਹਿੰਦੇ ਆ, ਭਾਈ ਸਾਂਝ ਕਰੀ ਜਾਏ ਗੁਣਾ ਕੇਰੀ, ਛੋੜ ਆਪੁਣ ਚੱਲੀਏ ਗੁਰੂ ਕੋਲ ਆਉਣਾ, ਗੁਣਾ ਦੀ ਸਾਂਝ ਕਰਿਆ ਕਰ, ਔਗਣਾ ਦਾ ਖੇੜਾ ਛੱਡ। ਗੁਰੂ ਕੋਲੇ ਇੱਥੇ ਤਾਂ ਸੌਦਾ ਹੀ ਇਹ ਹੁੰਦਾ, ਔਗਣ ਦੇ ਲੈ ਗੁਣ ਵਿਕਣਾ, ਇੱਥੇ ਤਾਂ ਔਗਣਾਂ ਦੇ ਬਦਲੇ ਗੁਣ ਵਿਕ ਰਹੇ ਆ। ਸ਼ਾਹ ਸਤਿਗੁਰ ਪੂਰਾ, ਇਹ ਪੂਰਾ ਸਤਿਗੁਰੂ ਐਸਾ ਸ਼ਾਹ ਹੈ ਜਿਹੜਾ ਸਾਡੇ ਨਾਲ ਇਹੋ ਜਿਹਾ ਸੌਦਾ ਕਰਦਾ, ਸਾਡੇ ਔਗਣ ਰੱਖ ਲੈਂਦਾ ਤੇ ਸਾਨੂੰ ਗੁਣ ਦੇ ਦਿੰਦਾ ਹੈ, ਸਾਡਾ ਕੱਚ ਰੱਖ ਲੈਂਦਾ ਤੇ ਸਾਨੂੰ ਸੱਚ ਦੇ ਦਿੰਦਾ ਹੈ, ਸਾਡਾ ਝੂਠ ਰੱਖ ਲੈਂਦਾ ਤੇ ਸਾਨੂੰ ਆਪਣੇ ਦੈਵੀ ਗੁਣ ਦੇ ਦਿੰਦਾ ਹੈ। ਇਦਾਂ ਦਾ ਸੌਦਾ ਇਸ ਘਰ ਵਿੱਚ ਹੁੰਦਾ ਹੈ ਤੇ ਇਹ ਪਰਮਾਤਮਾ ਦੇ ਘਰ ਦੀਆਂ ਸਿਫਤਾਂ ਨੇ। ਆਓ ਉਸ ਪਰਮਾਤਮਾ ਦੀਆਂ ਸਿਫਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਰ ਰਹੇ ਆ। ਨਾਲ ਨਾਲ ਮਹਾਰਾਜ ਸਾਹਿਬ ਦੇ ਬਚਨ ਸ੍ਰੀ ਜਾਪ ਸਾਹਿਬ ਦੀ ਪਾਵਨ ਬਾਣੀ ਵਿੱਚ ਜੋ ਸਤਿਗੁਰਾਂ ਨੇ ਕਹੇ ਆ, ਪਰਮਾਤਮਾ ਇੱਕ ਗੁਣਾਂ ਦਾ ਸਮੂਹ ਹੈ। ਗੁਣਾਂ ਦਾ ਮੈਂ ਤਾਂ ਇਹ ਰਮਤਾ ਚ ਬੇਨਤੀ ਕੀਤੀ ਆ, ਜਿਸ ਰੱਬ ਦੀਆਂ ਸਿਫਤਾਂ ਅਸੀਂ ਕਰ ਰਹੇ ਆ ਉਹ ਇੱਕ ਗੁਣਾਂ ਦਾ ਸਾਗਰ ਹੈ, ਗੁਣਾਂ ਦਾ ਸਮੁੰਦਰ ਹੈ, ਗੁਣਾਂ ਦਾ ਖਜ਼ਾਨਾ ਹੈ। ਜੇ ਅਸੀਂ ਐਡੇ ਵੱਡੇ ਗੁਣਾਂ ਦੇ ਖਜ਼ਾਨੇ ਸਾਗਰ ਕੋਲ ਆ ਕੇ ਵੀ ਕੋਈ ਸਾਡੇ ਜੀਵਨ 'ਚ ਗੁਣ ਨਾ ਆਇਆ, ਫਿਰ ਕਿਹਨੂੰ ਦੋਸ਼ ਦੇਵਾਂਗੇ, ਫਿਰ ਕਿਹਦੇ 'ਚ ਕਸੂਰ ਕੱਢਾਂਗੇ? ਫਿਰ ਸਾਡੀ ਸਰਾਸਰ ਸਾਡੀ ਗਲਤੀ ਹੋਏਗੀ ਕਿ ਇਹ ਤਾਂ ਹੈ ਨਹੀਂ ਕਿ ਇੱਥੇ ਸੀਮਤ ਜਿਹਾ ਸਮਾਨ ਸੀ, ਸੀਮਤ ਜਿਹੇ ਗੁਣ ਸੀ, ਕੋਈ ਸਾਡੇ ਤੋਂ ਪਹਿਲਾਂ ਹੀ ਲੈ ਕੇ ਚਲਿਆ ਗਿਆ। ਐਸਾ ਤਾਂ ਕੁਛ ਹੈ ਨਹੀਂ। ਇੱਥੇ ਤਾਂ ਹਰ ਵੇਲੇ ਨਿਰੰਤਰ ਆਦਿ ਕਾਲ ਤੋਂ ਇਹ ਰਹਿਮਤਾਂ ਵਰਤ ਰਹੀਆਂ ਨੇ, ਅੱਜ ਵਰਤ ਰਹੀਆਂ ਔਰ ਵਰਤਦੀਆਂ ਰਹਿਣਗੀਆਂ। ਇਹ ਖਜ਼ਾਨੇ ਮੁੱਕਣ ਵਾਲੇ ਨਹੀਂ। ਤੋਂ ਸਤਿਗੁਰੂ ਪਾਤਸ਼ਾਹ ਪਰਮਾਤਮਾ ਦੀ ਸਿਫਤ 'ਚ ਕਹਿ ਰਹੇ ਆ, ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ਪਾਲੰ। ਪਰਮ ਦਾ ਅਰਥ ਹੁੰਦਾ ਵੱਡਾ, ਉੱਚਾ। ਪਰਮੇਸ਼ਵਰੰ ਦਾ ਅਰਥ ਹੈ ਸਭ ਤੋਂ ਵੱਡਾ ਮਾਲਕ। ਵੱਡਾ ਹੈ, ਉੱਚਾ ਹੈ ਔਰ ਸਭ ਤੋਂ ਵੱਡਾ ਹੈ, ਸਭ ਤੋਂ ਉੱਚਾ ਹੈ। ਰੱਬ ਤੋਂ ਉੱਪਰ ਕੋਈ ਨਹੀਂ ਹੈ। ਹਾਂ, ਰੱਬ ਤੋਂ ਉੱਪਰ ਰੱਬ ਦਾ ਨਾਮ ਹੈ, ਜਿਹੜਾ ਨਾਮੀ ਨਾਮ ਹੋ ਕੇ ਸਾਰੀਆਂ ਥਾਵਾਂ ਤੇ ਵਰਤ ਰਿਹਾ। ਪਰਮਾਤਮਾ ਦੇ ਨਾਮ ਵਿੱਚ ਐਡੀ ਤਾਕਤ ਹੈ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਜੇ ਆਇਆ ਨਹੀਂ ਸੁਣਿਆ। ਜੇ ਉਹਦੇ ਸੁਣਨ ਦੀ ਵੀ ਕਨਸੋ ਕੰਨਾਂ ਨੂੰ ਲੱਗ ਜਾਏ ਕਿ ਰੱਬ ਆ ਰਿਹਾ ਹੈ, ਪਰਮਾਤਮਾ ਆ ਰਿਹਾ ਹੈ, ਤਾਂ ਮਹਾਰਾਜ ਸਾਹਿਬ ਕਹਿੰਦੇ ਮਨ ਚਾਉ ਪਿਆ, ਚਾਹ ਇੰਨਾ ਚੜ ਜਾਂਦਾ, ਸਾਡਾ ਕੋਈ ਮਿੱਤਰ, ਸਾਡਾ ਕੋਈ ਰਿਸ਼ਤੇਦਾਰ, ਸਾਡਾ ਕੋਈ ਸਾਕ ਸੰਬੰਧੀ ਜਿਹਨੂੰ ਅਸੀਂ ਬਹੁਤ ਪ੍ਰੇਮ ਕਰਦੇ ਹਾਂ, ਜਦੋਂ ਪਤਾ ਲੱਗੇ, ਸੁਣੀਏ, ਕੰਨਾਂ ਨੂੰ ਆਵਾਜ਼ ਪਵੇ ਕਿ ਉਹ ਆ ਰਿਹਾ, ਅੱਜ ਚਾਹ ਨਹੀਂ ਚੱਕਿਆ ਜਾਂਦਾ। ਜਿਹੜੇ ਪਰਮਾਤਮਾ ਨੂੰ ਪਿਆਰ ਕਰਦੇ ਆ, ਜਦੋਂ ਪਰਮਾਤਮਾ ਦੇ ਆਉਣ ਦੀ ਕਨਸੋ ਲੱਗਦੀ ਹੈ, ਉਹਨਾਂ ਤੋਂ ਵੀ ਚਾਹ ਨਹੀਂ ਚੱਕਿਆ ਜਾਂਦਾ। ਮਨ ਚਾਉ ਪਿਆ ਪ੍ਰਭ ਆਗਮ ਸੁਣਿਆ।
इन्ना मन में चाह बनता है कि परमात्मा आ रहा। महाराज साहब कहते भाई देखो निक्कियां निक्कियां उदाहरणा ने, मां ते पुत की सांझ कै। एक छोटा जिहा बच्चा हले जन्म होया, थोड़ा 2 4 6 महीनों का है, बच्चे नूं भुख लगती है रोंदा है, बच्चे नूं कोई शरीरक दिक्कत है और रोंदा है, क्रियाक्रम है और रोंदा, कुछ भी उन्होंने होंदा है रोंदा है। जदों वो रोंदा है मां भज्जी आउंदी है, जिथे मर्जी होवे बेड़े जो मर्जी काम करती होवे, बच्चे दे रोण की आवाज आई नहीं, क्योंकि बच्चा इन्ना दिल तो रोंदा है। जदों उहदे रोण की आवाज दिल तो निकलती है, मां अपने सारे काम छड्ड के भज्जी आउंदी आ। रब भी तो साडी मां है। महाराज कहंदे रब नूं आवाज मारन लई कदे अंदरों रो के तां वेख, तू अंदरों रो के आवाज मार, रब तां भज्जिया आएगा तेरे। पर असी कदे उस भावना नाल रब नूं बुलाउंदे ही नहीं, कदे उस भावना नाल परमेश्वर नूं बुलाउंदे ही नहीं। जिवें एक बच्चा रो के मां नूं बुला लैंदा है, तो महाराज कहंदे कदे इवें भी रब नूं बुला, वो आएगा, आउंदा है, जिहड़े नूं बुलाउंदे आ आउंदा है। सुपन चरित्र चित्र बानक बने विचित्र, पावन पवित्र मित्र, आज मोरे आया, सुपने विच भी आ जाता है। पर कोई बुलावे, उन्होंने कोई सद्दा दे, उन्होंने कोई आवाज मारे, अपने प्यारिਆਂ कोल आउंदा है। महाराज कहंदे आ परम परम परमेश्वरं प्रोश पालंग। प्रोश का अर्थ हुंदा जिहड़ा नजर ना आवे। नजर देखो सर्व जगह व्यापक है, लेकिन जिहा अखां नाल रब नूं वेखना चाहिए नहीं नजर आएगा। है जरूर, जिवें दर्द है पर नजर नहीं आउंदा, नींद है नजर नहीं आउंदी, भुख तां है पर नजर नहीं आउंदी, बिजली तां है पर नजर नहीं आउंदी, हवा तां है पर नजर नहीं आउंदी, सारियां चीज़ां ने। रब भी है पर साडी अख नहीं वेख सकदी। नानक से अखड़ियां बयान जिन्नी डसंदो मां प्रियो, अख होर गए जिहदे नाल उस परमात्मा नूं वेखिया जा सकदा, माणिया जा सकदा है, तकिया जा सकदा है। प्रोश पालंग, पालंग दा अर्थ हुंदा पालना। परमात्मा सब तो वड्डा है, सब तो उच्चा है, ओदे तो वड्डा कोई नहीं है, और वो नजर किसे नूं नहीं आ रहा, सर्व जगह व्यापक है, नजर नहीं आ रहा। ना नजर आके भी वो परमात्मा सारियां दी पालना कर रहा है, सारियां दी प्रतिपालना कर रहा, पर सानू पता नहीं कित्थे बैठ के पाल रहा। कदे वेखिया तुसीं भी यार रब दा घर है, इत्थे बैठ के सारी दुनिया नूं पाल रहा। सो दर तेरा कहा, सो घर कहा, जित वह सर्व संभाले। ओदा दर ओदा घर कित्थे है, किहो जिहा, जिथे बैठ के सारियां नूं संभाल रहा, सारियां नूं ओह पाल रहा, जिहड़ा सब दी पालना करदा है, पर कित्थे बह के करदा है। महाराज साहब कहंदे ओह दिखाई नहीं दिंदा, सारे संसार नूं चला रहा, दिखाई नहीं दे रहा, और वो सब दा वड्डा मालिक है। परमेश्वर दा अर्थ वो सब दा वड्डा मालिक, जिस दी बराबरी कोई कर नहीं सकता, और वो सब तो पहला है, संसार बाद च बनिया। सतगुरु कहंदे आ तू आद पुरख अपरंपर करता जी, तुद जेवड़ अवर ना कोई। तू आद पुरख है, तू आद काल तो, तेरे तो पहला कोई भी नहीं, तुद जेवड़ अवर ना कोई, और तेरे जिड्डा है भी कोई नहीं। तो सतगुरु पातशाह कहते कोई इस गल नूं लभ नहीं सकता कि परमेश्वर कदों तो है और कित्थे बैठ के संसार नूं पाल रहा, संभाल रहा। सब दा वड्डा मालिक दिखाई नहीं दिंदा, पर दिखाई देण तो बिना भी सारियां दी पालना कर रहा। किड्डा कमाल दा है परमात्मा। गुरु गोबिंद सिंह पातशाह कह रहा अगले बचन ने, सदा सर्वदा सिद्ध दाता दयालंग। सदा दा अर्थ हुंदा हमेशा ही, सर्वदा सदा ही वो दया दा सोमा है, वो मेहरबान है, सारियां नूं देण वाला, सारियां नूं भरन वाला, सब ते सदा ही वो दया करन वाला है। सिद्ध दा सिद्धियां देण वाला है, सिद्धियां दा मालिक है, सिद्धियां दा खजाना है। बल्कि सब निधान 10 अष्ट सिद्धांत ठाकुर करतल धरिया, अपने प्यारियां नूं, अपने सेवकां नूं रिद्धियां सिद्धियां दुनिया दे खजाने देण वास्ते रब हत्थ दी तली ते टिका के पिछे पिछे घुम रहा। कोई मंगे तां सही, कोई इन्ना खजानियां नूं अपने घर में रखण लई मैनूं जगह तो दिखावे, मैं रखणियां कित्थे आ, मगर मगर घुम रहा रब सारियां दे। ठाकुर कर तल धरिया, कर दा अर्थ हुंदा हत्थ। रब कहंदा जदों कोई मंगे किते खजाने चों कढदियां देर ना लग्या, मैं हत्थ ते रखिया होया सारा कुछ।
तो सतगुरु कहते हैं परमात्मा भाई सारिਆਂ ਨੂੰ देण वाला, सारिਆਂ ਨੂੰ भरन वाला। महाराज साहब गुरु गोबिंद सिंह साहब के बचन ने, जान को देत अजान को देत। जान जिहड़ा जान प्रवीण ज्ञानवान है, जानकारी बड़ी रखता है, उन्होंने भी दिंदा है। अजान को देत, अजान का मतलब जिहड़ा अज्ञानी है, जिन्होंने पता ही कुछ नहीं। जमीन को देत, जमान को दे है, जमान का अर्थ हुंदा आसमान। जमीन नूं भी दे रहा, आसमान नूं भी दे रहा, जमीन ते वसन वालियां नूं भी दे रहा, आसमान विच रहण वालियां नूं भी दे रहा। एडा कमाल दा वो परमात्मा, सदा सिद्ध दा। मारे कहंदे सदा सर्वदा सिद्ध दाता दयालंग। तो रब दा जिहड़ा भाई आ वो निर्वैर है, किसी तो बदला नहीं उन्हें लेना, वो दयालु है। जे वो निर्वैर नहीं ना हुंदा ना, फिर जेडे रब नूं नहीं मानते तो भुखे मर जाने सी। बड़े लोग आ जेडे रब नूं बड़े माड़े चंगे बोल बोलदे आ, गालां कढदे आ, वो तो सारे रोटी तो वांझे रह जाने सी। पर वो निर्वैर है, वो वैर नहीं रखता मन च। हाँ, कर्मां दे हिसाब नाल सब दा लेखा जोखा होना, कर्मी आपो अपनी। तो वो परमेश्वर एडा दयालु है। महाराज कहते सिद्धियां बख्शदा गए, दुख पाप खत्म करदा। कोई भी प्राणी जिहड़ा ओहदे अगे आवे, ओहदे चरनां च आके अरदा। कल भी बेनती, कल बचन आए सी, पापां दे ढेर नाश कर दिंदा है। जिवें लकड़ां दा बहुता वड्डा ढेर होवे, एक तीली दी चिंगियारी, एक तीली दे उपर किन्ना क मसाला लग्या हुंदा, इन्ना क मसाला एडे वड्डे ढेर नूं साड़न दी ताकत रखदा। परमेश्वर दा नाम भी इवें ही आ। जन्मां जन्मां दे पाप साडे जीवन च ढेर लगे होण, जन्मां जन्मां दे, एक जन्म दे नहीं। सानू नहीं पता है गल कित्थों शुरू हुई है। साडा आ जन्म पहली बार नहीं होया। हो सकदा पहली बार मनुखा जन्म मिलिया होवे, लेकिन जन्म पहली बार नहीं होया। पता नहीं किन्ने क वार साडे जन्म हो गए ते किन्नी बार साडी मौत हो गई। कई जन्म पए कीट पतंगा, कई जन्म गिनती नहीं की महाराज ने। लखां करोड़ां भी एक एक जन्म च लंघे होणगे। हाँ, आया दूरों चल के, असी बड़ी दूर तो चले हुए हैं, बड़े जन्म भोग के आया। केतिया के बाप, केतिया के बेटे, केते गुरचेले फुन हुए। आ सारा कुछ साडा असी हंडा के आया। अज मनुखा जन्म विच है, ये चलिया जाना, फिर किसी होर जन्म च होवांगे। जन्म पहली बार नहीं। और जिन्ने भी जन्म हुण तक असी भोगे आ, चलो हुण सानू इस गल दी समझ आ रही आ, ये गल किसी होर जूनी च नहीं समझ आउणी। जूनिया तो 84 लाख ने, मनुखा जन्म नूं छड्ड के किसी भी होर जूनी विच ये गल समझ नहीं आएगी कि रब साडे करोड़ां जन्मां दे लगे हुए पापां दे ढेर नाश कर दिंदा है। ये गल किहनूं समझ आउणी? ये इंसान बंदा समझ सकदा है, ते जे बंदा समझण वाला भी ना समझे, फिर महाराज कहंदे पशुओं नूं भी समझ नहीं आ रही, बंदे नूं भी समझ नहीं आ रही, फिर फर्क की होया? करतूत पशु की मानस जात, फिर यही सतगुरु कहते यही किया जा सकेगा। तो महाराज कहते आ कोई भी प्राणी जिहड़ा उहदे अगे आके मिहनत करे, जो अरजोई करे, उहदे कारज भी रास करदा, उहदे पाप भी खत्म करदा है। सतगुर पूरे सेविया दुखा का होए नास, नानक नाम आराध्या कारज आवे रास। कदे भी उदास नहीं होण दिंदा। परमेश्वर ते भरोसा रखना चाहिए, क्योंकि सदा दयालु है। जो जन तुमरी भगत करते तिनके काज सवारता, वह तो किसी का कारज नहीं बिगाड़ता, सब दे कारज सवारता। सानू जांच होनी चाहिए है कि असीं उहनूं प्रसन्न किवें करना है, उहदी खुशी किवें लैनी है। जो आप खुश हो जाए, प्रसन्न हो जाए, उहदे ते टेक रख लईए तो कारज कदे बिगड़दा नहीं, बल्कि अंगीकार वो करे तेरा कारज सब सवारना, सारे कारज रास करदा है। पातशाह कहते ने सिमर 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 सुख पाया, चरण कमल रख मन माही, ताकि शरण परयो नानक दास, जानते ऊपर को नाही। जिहदे तो उपर है ही कोई नहीं, असी ओदी शरण विच पए हां, असी ओदी शरण विच ओदे गुण गा रहे हां, जिहदे तो वड्डा कोई नहीं। जिहड़ा जन्म देण दी ताकत जिहदे हत्थ च, सानू पालण दी ताकत जिहदे हत्थ विच, रिज़क देण दी ताकत जिहदे हत्थ विच, ते दुनिया तो लिजाण दी ताकत जिहदे हत्थ विच। ये ताकत किसी दे होर हत्थ विच नहीं, ये सारियां ताकतां परमेश्वर दे हत्थ विच। तो महाराज कहंदे आ मेहरबान साहिब मेहरबान। जे एडी ताकत है तो यार डराउण वास्ते नहीं ये गल्लां कि एडी ताकत दा मालिक कुछ भी करदा जरूर करदा है, पर उहदा सुभाव किहो जिहा दयालु, उहदा सुभाव निरभौ ते निर्वैर है। वो डराउंदा नहीं किसी नूं,
ਉਹ ਹਰ ਵੇਲੇ ਸਾਹਿਬ ਮਿਹਰਬਾਨ, ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ। ਮਹਾਰਾਜ ਕਹਿੰਦੇ ਉਹ ਤਾਂ ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੇ ਤਾਂ ਹੋਈ ਸਰਬ ਕਲਿਆਣ। ਆਪ ਦਾ ਸੁਭਾਗ ਹੈ। ਮਿਹਰਬਾਨ ਦਾ ਮਤਲਬ ਜਿਹੜਾ ਹਰ ਵੇਲੇ ਦਿਆਲੂ, ਹਰ ਵੇਲੇ ਮਿਹਰ ਕਰਦਾ ਹੈ। ਜਿਸ ਪਾਪੀ ਕੋ ਮਿਲੇ ਨਾ ਢੋਈ ਲਓ, ਆ ਵੀ ਗੱਲ ਸਤਿਗੁਰੂ ਪਾਤਸ਼ਾਹ ਕਹਿ ਰਹੇ ਆ। ਸੰਸਾਰ ਵਿੱਚ ਕਿਸੇ ਬੰਦੇ ਤੋਂ ਘੋਰ ਪਾਪ ਹੋ ਜਾਏ, ਬੱਜਰ ਕਰੈਤ, ਕੋਈ ਇਹੋ ਜਿਹਾ ਪਾਪ ਕਰਮ ਹੋ ਜਾਏ ਜਿਹਨੂੰ ਸਮਾਜ ਵੀ ਜਿਹਦਾ ਬਾਈਕਾਟ ਕਰਦਾ ਹੈ, ਪਰਿਵਾਰ ਬਾਈਕਾਟ ਕਰਦੇ, ਰਿਸ਼ਤੇਦਾਰ, ਮੁਹੱਲਾ, ਪਿੰਡ ਸਭ ਬਾਈਕਾਟ ਕਰ ਦੇਣ, ਕੋਈ ਰੱਖੇ ਹੀ ਨਾ। ਲੋਕ ਕਹਿੰਦੇ ਤਾਂ ਪਾਪੀ ਹੈ ਜੀ, ਇਹਦੇ ਤਾਂ ਮੱਥੇ ਹੀ ਨਹੀਂ ਲੱਗਣਾ, ਇਹਨੂੰ ਬੁਲਾਉਣਾ ਨਹੀਂ, ਇਹਦਾ ਰੋਟੀ ਬੇਟੀ ਸਭ ਸਾਂਝਾ ਇਹਦੇ ਨਾਲ ਖਤਮ। ਮਹਾਰਾਜ ਸਾਹਿਬ ਕਹਿੰਦੇ ਜਿਸ ਪਾਪੀ ਕੋ ਮਿਲੇ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਈ। ਇਹੋ ਜਿਹਾ ਪਾਪੀ ਬੰਦਾ ਵੀ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਚ ਆ ਜਾਏ, ਰੱਬ ਦੀ ਸ਼ਰਨ ਵਿੱਚ ਆ ਜਾਏ, ਉਹ ਵੀ ਨਿਰਮਲ ਹੋ ਜਾਂਦਾ। ਬਾਬਾ ਬਿਧੀ ਚੰਦ ਸਾਹਿਬ ਵਰਗੇ ਚੋਰੀਆਂ ਕਰਦੇ ਸੀ, ਫਿਰ ਕਿੱਡੇ ਕਮਾਲ ਦੇ ਸਿੱਖ ਬਣੇ। ਬਿਧੀ ਚੰਦ ਛੀਨਾ ਗੁਰੂ ਕਾ ਸੀਨਾ ਕਿਆ। ਇੱਥੇ ਨਫ਼ਰਤ ਨਹੀਂ ਕਿਸੇ ਤੋਂ ਕੀਤੀ ਜਾਂਦੀ, ਤੂੰ ਤਾਂ ਇੰਨੀ ਸ਼ਰਾਬ ਪੀਨਾ, ਤੂੰ ਇੰਨੇ ਪਾਪ ਕਰਦਾ, ਚੋਰੀਆਂ ਕਰਦਾ, ਠੱਗੀਆਂ, ਵੀ ਸਾਡੇ ਤਾਂ ਘਰ ਹੀ ਨਹੀਂ ਆ ਸਕਦਾ। ਮਹਾਰਾਜ ਕਹਿੰਦੇ ਆਊਗਾ ਤਾਂ ਹੀ ਸਮਝੂਗਾ ਨਾ, ਜਿਹਨੂੰ ਬੈਠਣੀ ਨਹੀਂ ਦਿਆਂਗੇ ਤੇ ਸਮਝ ਕੀ ਆਉਣਾ। ਮਹਾਰਾਜ ਪਿਆਰ ਨਾਲ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਉਹਨੂੰ ਗੱਲ ਨਾਲ ਲਾਉਂਦੇ ਆ। ਜਿਹੜਾ ਆਵੇ ਨਫ਼ਰਤ ਨਹੀਂ ਕਰਦਾ। ਸਾਨੂੰ ਵੀ ਪਿਆਰ ਨਾਲ ਹੀ ਹਰ ਇੱਕ ਨਾਲ ਪੇਸ਼ ਹੋਣਾ ਚਾਹੀਦਾ, ਪਿਆਰ ਨਾਲ ਹੀ ਸਮਝਾਉਣਾ ਚਾਹੀਦਾ। ਪਤਾ ਨਹੀਂ ਤੁਹਾਡੇ ਕਿਸ ਵੇਲੇ ਬੋਲ ਜਿਹੜੇ ਤੁਸੀਂ ਉਹਨੂੰ ਸਮਝਾਉਣ ਲਈ ਬੋਲਣੇ ਆ, ਤੇ ਰੱਬ ਨੇ ਕਿਹੜੇ ਵੇਲੇ ਤੁਹਾਡੀ ਰਸਨਾ ਤੇ ਬੈਠ ਕੇ ਕਹਿ ਜਾਣੇ ਹੋ, ਤੇ ਤੁਹਾਡੇ ਨਿੱਕੇ ਜਿਹੇ ਬੋਲਾਂ ਨੇ ਕਿਸ ਦਾ ਜੀਵਨ ਬਦਲ ਦੇਣਾ, ਨਹੀਂ ਸਾਨੂੰ ਪਤਾ। ਹਰ ਵੇਲੇ ਪੋਜ਼ਿਟਿਵਿਟੀ, ਹਰ ਵੇਲੇ ਚੜ੍ਹਦੀ ਕਲਾ ਸਾਡੇ ਮਨ ਵਿੱਚ ਰਹਿਣੀ ਚਾਹੀਦੀ ਆ, ਕਿਉਂਕਿ ਸਤਿਗੁਰਾਂ ਨੇ ਸਾਡੀ ਸਾਂਝ ਹੀ ਚੜ੍ਹਦੀ ਕਲਾ, ਪਰਮਾਤਮਾ ਚੜ੍ਹਦੀ ਕਲਾ ਵਿੱਚ ਹੈ, ਗੁਰੂ ਗ੍ਰੰਥ ਸਾਹਿਬ ਚੜ੍ਹਦੀ ਕਲਾ ਵਿੱਚ ਨੇ, ਤੇ ਸਾਨੂੰ ਵੀ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ। ਤਾਂ ਮਹਾਰਾਜ ਕਹਿੰਦੇ ਆ ਵਾਹਿਗੁਰੂ ਕੋਲ ਤਾਂ ਭਾਈ ਉਹ ਆਪਣੇ ਕੋਲ ਬਿਠਾ ਲੈਂਦਾ, ਬਖਸ਼ ਦਿੰਦਾ, ਇਹ ਉਹਦਾ ਵਿਧਾਨ ਹੈ। ਧਰ ਜੀਅਰੇ ਇੱਕ ਟੇਕ ਤੋਂ ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਇਆ ਕਾਰਜ ਆਵੇ ਰਾਸ। ਇੱਕ ਤੇ ਟੇਕ ਹੋਵੇ ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਵਾਹਿਗੁਰੂ ਤੂੰ ਸਭ ਦਾ ਮਾਲਕ ਹੈ, ਸਾਰਿਆਂ ਦਾ ਪਾਲਣਹਾਰ ਹੈ, ਸਾਰਿਆਂ ਦਾ ਨਾਸ਼ ਵੀ ਤੂੰ ਆਪ ਹੀ ਕਰਦਾ ਹੈ। ਅਛੇਦੀ ਅਭੇਦੀ ਅਨਾਮੰ ਅਕਾਮੰ, ਜੇ ਆਪਾਂ ਇਹਦੇ ਅਨਵੈ ਅਰਥ ਕਰੀਏ, ਅਨਵੈ ਦਾ ਮਤਲਬ ਪਿਛਲੇ ਪਾਸੇ ਤੋਂ, ਅਨਾਮ ਅਕਾਮੰ ਸਭ ਤੋਂ ਬਾਅਦ ਵਿੱਚ ਆਇਆ। ਅਕਾਮੰ ਦਾ ਅਰਥ ਹੁੰਦਾ ਕਾਮਨਾ ਤੋਂ ਰਹਿਤ। ਸਾਰਾ ਸੰਸਾਰ ਕਾਮਨਾ ਵਿੱਚ ਹੈ। ਕਾਮਨਾ ਮਤਲਬ ਇੱਛਾਵਾਂ ਸਾਡੀਆਂ ਬਹੁਤ ਹੈ। ਜ਼ਿੰਦਗੀ ਮੁੱਕਣ ਨੂੰ ਆ ਜਾਂਦੀ ਹੈ, ਇੱਛਾਵਾਂ ਨਹੀਂ ਮੁੱਕਦੀਆਂ। ਬਸ ਹੁਣ ਆ ਹੋ ਜਾਏ, ਬਸ ਹੁਣ ਆ ਹੋ ਜਾਏ, ਬਸ ਹੁਣ ਆ ਹੋ ਜਾਏ, ਇਦਾਂ ਕਰਦਿਆਂ ਕਰਦਿਆਂ ਜੀਵਨ ਮੁੱਕ ਜਾਂਦਾ, ਇੱਛਾਵਾਂ ਨਹੀਂ ਮੁੱਕਦੀਆਂ। ਕਦੇ ਵੀ ਤੁਹਾਨੂੰ ਕੋਈ ਇਦਾਂ ਦਾ ਸੰਤੋਖੀ ਬੰਦਾ ਬਹੁਤ ਘੱਟ ਮਿਲਿਆ ਹੋਏਗਾ ਜਿਹੜਾ ਕਹੇਗਾ ਸਭ ਕੁਝ ਹੈ ਮੇਰੇ ਕੋਲ, ਜੋ ਇੱਕ ਚਾਹੀਦਾ ਹੁੰਦਾ ਰੱਬ ਨੇ, ਬਲਕਿ ਮੇਰੇ ਸੋਚ ਸਮਝ ਤੋਂ ਵੱਧ ਮੈਨੂੰ ਦਿੱਤਾ, ਹੁਣ ਕੁਝ ਨਹੀਂ ਚਾਹੀਦਾ, ਹੁਣ ਪਰਮੇਸ਼ਰ ਚਾਹੀਦਾ। ਪਹਿਲੀ ਗੱਲ, ਕੋਈ ਮਿਲਿਆ ਨਹੀਂ ਹੋਣਾ, ਜੇ ਮਿਲਿਆ ਹੋਏਗਾ ਤਾਂ ਕੋਈ ਕਰੋੜਾਂ ਵਿੱਚੋਂ, ਲੱਖਾਂ ਕਰੋੜਾਂ 'ਚ ਇੱਕ ਅੱਧਾ। ਨਹੀਂ, ਇਹ ਮਨ ਹਿਰਦਾ ਇਹ ਨਹੀਂ ਭਰਦਾ। ਇਹ ਇੱਛਾਵਾਂ, ਇਹਦੇ ਅੰਦਰ ਭਵਜਲ, ਜਿਹਨੂੰ ਭਵਜਲ ਦਾ ਅਰਥ ਕੀ ਹੈ? ਭਾਵਨਾਵਾਂ ਦਾ ਪਾਣੀ। ਜਿਹਦੇ ਅੰਦਰ ਭਾਵਨਾਵਾਂ ਦਾ ਪਾਣੀ ਇੰਨਾ ਵੱਡਾ ਸਮੁੰਦਰ ਹੈ, ਉਹਦੇ ਵਿੱਚੋਂ ਹਰ ਵੇਲੇ ਇੱਛਾਵਾਂ, ਕਾਮਨਾਵਾਂ ਦੀਆਂ ਲਹਿਰਾਂ ਉੱਠੀ ਜਾਂਦੀਆਂ ਰਹਿੰਦੀਆਂ ਨੇ। ਆ ਵੀ ਮਿਲ ਜਾਏ, ਉਹ ਵੀ ਮਿਲ ਜਾਏ, ਇੱਥੋਂ ਆ ਹੋ ਜਾਏ, ਉੱਥੋਂ ਆ। ਇਹ ਜਿਹੜੀ ਕਾਮਨਾ, ਇਸੇ ਨੂੰ ਤ੍ਰਿਸ਼ਨਾ, ਇਹਨੇ ਬਾਅਦ ਜਾ ਕੇ ਤ੍ਰਿਸ਼ਨਾ ਬਣ ਜਾਣਾ। ਤ੍ਰਿਸ਼ਨਾ ਕੀ ਹੈ? ਫਿਰ ਇਹ ਬੰਦੇ ਨੂੰ ਟਿਕਣ ਨਹੀਂ ਦਿੰਦੀ। ਇਹ ਮਿਰਗ ਤ੍ਰਿਸ਼ਨਾ, ਜਿਹਨੂੰ ਮਿਰਗ ਤ੍ਰਿਸ਼ਨਾ ਕੀ ਹੈ? ਉਹ ਰੇਤ ਨੂੰ, ਟਿੱਬਿਆਂ ਦਾ ਜਿਹੜਾ ਰੇਤ ਹੈ ਉਹਨੂੰ ਪਾਣੀ ਸਮਝ ਕੇ ਦੌੜੀ ਜਾਂਦਾ। ਹੁਣ ਉੱਥੇ ਪਾਣੀ ਹੈ ਹੀ ਨਹੀਂ, ਦੌੜੀ ਜਾਂਦਾ, ਕੀ ਮਿਲਣਾ ਉਹਨੂੰ? ਅਖੀਰ ਵਿਆਕੁਲ ਹੋ ਕੇ ਮਰ ਜਾਂਦਾ। ਤਾਂ ਮਹਾਰਾਜ ਸਾਹਿਬ ਕਹਿੰਦੇ ਆ ਪਰਮਾਤਮਾ ਕੀ ਹੈ? ਅਕਾਮੰ। ਆਪਾਂ ਸਾਰੇ ਪਰਮੇਸ਼ਰ ਤੋਂ ਮੰਗਦੇ ਆ, ਕਿੰਨਾ ਕੁਛ ਮੰਗਿਆ। ਮੈਂ ਆਰੰਭਤਾ ਵਿੱਚ ਹੀ ਬੇਨਤੀ ਕੀਤੀ, ਬਿਨਾਂ ਮੰਗਿਆਂ ਤੋਂ ਬੇਅੰਤ ਦਾਤਾਂ ਦੇਣ ਵਾਲਾ ਪਰਮਾਤਮਾ। ਬਹੁਤ ਦਾਤਾਂ ਤੁਸੀਂ ਸੋਚ ਕੇ ਵੇਖਿਓ, ਨਹੀਂ ਤੁਸੀਂ ਮੰਗੀਆਂ ਹੋਣੀਆਂ ਪਰ ਉਹਨੇ ਦਿੱਤੀਆਂ। ਜਿਹੜੀਆਂ ਅਸੀਂ ਮੰਗੀਆਂ ਉਹ ਤਾਂ ਯਾਦ ਹੋਣਗੀਆਂ, ਚਲੋ ਘਰ ਨਹੀਂ ਸੀ ਅਸੀਂ ਮੰਗਿਆ, ਯਾਦ ਹੈ। ਮਾਂ ਬਾਪ ਤਾਂ ਨਹੀਂ ਨਾ ਮੰਗੇ ਸੀ, ਭੈਣ ਭਰਾ ਥੋੜਾ ਮੰਗੇ ਸੀ, ਉਹਨੇ ਦਿੱਤੇ ਆ। ਚੰਗੀ ਔਲਾਦ ਥੋੜਾ ਮੰਗੀ ਸੀ, ਉਹ ਵੀ ਉਹਨੇ ਦਿੱਤੀ। ਦੁਨੀਆ 'ਚ ਸਨਮਾਨ ਇੰਨਾ ਹੋ ਰਿਹਾ, ਇਹ ਵੀ ਉਹਨੇ ਦਿੱਤਾ। ਹੋਰ ਬੜੀਆਂ ਇੱਕ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਅਸੀਂ ਨਜ਼ਰ ਅੰਦਾਜ਼ ਕਰ ਦਿੰਦੇ ਆ, ਬਿਨਾਂ ਮੰਗੇ ਤੋਂ ਪਰਮੇਸ਼ਰ ਨੇ ਦਿੱਤੀਆਂ ਹੋਈਆਂ ਨੇ।
तो याद रखियो असी हर रोज मंगते हैं, सारा संसार ब्रह्मांड मंगता दे रहा, लेकिन रब आप किसी तो नहीं मंग रहा, क्योंकि उन्होंने इच्छा कोई नहीं, ਉਹਦੀ ਇੱਛਾ ਕੋਈ ਹੈ ਹੀ ਨਹੀਂ, ਕੋਈ ਕਾਮਨਾ ਹੈ ਹੀ ਨਹੀਂ। ਕਿਸੇ ਤੋਂ ਕਿਸੇ ਨੇ ਕਦੇ ਰੱਬ ਨੂੰ ਕਿਸੇ ਤੋਂ ਕੁਝ ਮੰਗਦਾ ਵੇਖਿਆ ਹੋਵੇ ਤਾਂ ਦੱਸੋ? ਨਹੀਂ ਮੰਗਦਾ, ਉਹਨੂੰ ਇੱਛਾ ਹੀ ਨਹੀਂ ਕੋਈ, ਬਲਕਿ ਔਗਣਹਾਰ ਬੰਦਿਆਂ ਨੂੰ ਗੁਣ ਦੇ ਰਿਹਾ, ਉਹਨਾਂ ਨੂੰ ਤਾਂ ਗੁਣ ਦੇਣੇ ਹੀ ਆ, ਗੁਣਵਾਨਾਂ ਨੂੰ ਹੋਰ ਗੁਣ ਦੇ ਰਿਹਾ, ਜਿਹਦੇ 'ਚ ਕੋਈ ਗੁਣ ਤਾਂ ਹੈ ਲੇਕਿਨ ਉਹਨਾਂ ਨੂੰ ਹੋਰ ਗੁਣ ਦੇ ਰਿਹਾ। ਤਾਂ ਮਹਾਰਾਜ ਕਹਿੰਦੇ ਆ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ गुण दे, गुणवंतियां ਨੂੰ गुण दे रहा, तेहा कोई ना सुझी जे तिस गुण कोई करे। रब ने किसी तो कोई गुण की लेना तो आप गुणों का खजाना है, रब ने किसी तो की माया लेनी हो तो आप माया का मालिक है, पदार्थ किसी तो की मंगने हो तो आप सारे पदार्थों का मालिक है। सारा संसार उहदे तो मंगदा, उहदे भंडारियां च कमी नहीं आउंदी। तो सतगुरु पातशाह कहंदे आ दिन दा दे लैंदे थक पाए। ये पावन गुरबाणी जिहड़ी असीं हर रोज पढ़दे आए, बचन वार-वार कोट हुंदे आ, ਇਹ बचन सानू परमात्मा दा जिहड़ा ਉਹਦਾ ਸੁਭਾਅ, ਉਹਦਾ ਵਿਧਾਨ ਹੈ, ਉਹਦੇ ਗੁਣਾਂ ਦੀ ਸਾਡੇ ਅੱਗੇ ਸਾਂਝ ਪਵਾਉਂਦੇ ਆ ਤਾਂ ਕਿ ਸਾਡਾ ਭਰੋਸਾ ਪਰਮਾਤਮਾ ਤੇ ਹੋਰ ਪੱਕਾ ਹੋਵੇ। ਇਹ ਬਚਨ ਪਰਮਾਤਮਾ ਦੀਆਂ ਸਿਫਤਾਂ ਸਾਡੇ ਸਾਹਮਣੇ ਰੱਖਦੇ ਆ। ਰੱਬ ਅਕਾਮੰ ਹੈ, ਉਹਨੂੰ ਕੋਈ ਇੱਛਾ ਨਹੀਂ, ਔਰ ਅਨਾਮੰ ਉਹਦਾ ਕੋਈ ਵੱਖਰਾ ਨਾਮ ਵਿਸ਼ੇਸ਼ ਨਾਮ ਨਹੀਂ ਹੈ। ਅਸੀਂ ਬੜੇ ਨਾਮ ਇੱਥੇ ਰੱਖੇ ਹੋਏ ਨੇ। ਕਿਸੇ ਨੂੰ ਸਕੂਲ ਵਿੱਚ ਦਾਖਲ ਕਰਾਉਣਾ ਪਹਿਲਾਂ ਨਾਮ ਪੁੱਛਦੇ ਆ, ਕਿਸੇ ਨੇ ਕੋਈ ਸਰਕਾਰੀ ਦਰਕਾਰੇ ਦਫ਼ਤਰ ਜਾਣਾ ਪਹਿਲਾਂ ਨਾਮ ਪੁੱਛਿਆ ਜਾਂਦਾ। ਕੁਛ ਤੁਸੀਂ ਭੇਜਣਾ, ਕੁਛ ਮੰਗਾਉਣਾ, ਟੈਲੀਫੋਨ ਕਰਦੇ ਹੋ, ਸੁਣਦੇ ਹੋ, ਪਹਿਲਾਂ ਨਾਮ ਦੱਸ ਦਿਓ, ਨਾਮ ਪੁੱਛਦੇ ਹੋ। ਰੱਬ ਦਾ ਕੋਈ ਇਵੇਂ ਦਾ ਵਿਸ਼ੇਸ਼ ਨਾਮ ਨਹੀਂ ਜਿਹੜਾ ਉਹ ਕਵੇ ਵੀ ਬਸ ਜੇ ਆਹ ਨਾਮ ਲਏਗਾ ਤਾਂ ਰੱਬ ਨੇ ਆਉਣਾ। ਨਹੀਂ, ਸਾਰੇ ਨਾਮ ਉਸੇ ਦੇ ਹੀ ਆ, ਅਣਗਿਣਤ ਨਾਮ ਉਸੇ ਦੇ ਆ। ਦੁਨੀਆ ਜਪ ਰਹੀ ਹੈ। ਅਛੇਦੀ ਉਹਨੂੰ ਕਦੇ ਕੋਈ ਕੱਟ ਨਹੀਂ ਸਕਦਾ, ਇਹ ਭੇਦੀ ਉਹਨੂੰ ਕਦੇ ਕੋਈ ਭੰਨ ਨਹੀਂ ਸਕਦਾ। ਕੱਟਿਆ ਤੇ ਭੰਨਿਆ ਤਾਂ ਜਾਵੇ ਨਾ ਜੇ ਉਹ ਤੋਂ ਵੱਡਾ ਕੋਈ ਤਾਕਤਵਰ ਹੋਵੇ, ਸਮਰੱਥ ਹੋਵੇ, ਕੋਈ ਹੈ ਹੀ ਨਹੀਂ, ਕਿਵੇਂ ਕੋਈ ਉਹਨੂੰ ਭੰਨੇਗਾ। ਸਮਸਤੋ ਪ੍ਰਾਜੀ ਸਮਸਤ ਸਤ ਧਾਮੰ। ਪ੍ਰਾਜੀ ਦਾ ਅਰਥ ਹੁੰਦਾ ਜਿੱਤ ਪ੍ਰਾਪਤ ਕਰਨ ਵਾਲਾ। ਪਰਮਾਤਮਾ ਸਭ ਨੂੰ ਜਿੱਤ ਲੈਂਦਾ। ਜੇ ਪਰਮਾਤਮਾ ਨਾਲ ਕੋਈ ਸਿੱਧੀ ਟੱਕਰ ਲੈਣੀ ਚਾਹਵੇ ਤਾਂ ਕਦੇ ਜਿੱਤਿਆ ਨਹੀਂ। ਬੜੇ ਲੋਕਾਂ ਨੇ ਪਰਮਾਤਮਾ ਤੋਂ ਵਰ ਲਏ, ਰੱਬ ਤੋਂ ਵਰ ਲੈ ਕੇ ਰੱਬ ਨਾਲ ਹੀ ਮੱਥਾ ਲਾ ਲਿਆ। ਪਰਮਾਤਮਾ ਤੋਂ ਬਖਸ਼ਿਸ਼ਾਂ ਰਿੱਧੀਆਂ ਸਿੱਧੀਆਂ ਲੈ ਕੇ ਰੱਬ ਨੂੰ ਹੀ ਚੈਲੰਜ ਕਰਨ ਲੱਗ ਪਏ, ਪਰ ਉਹ ਕੋਈ ਵੀ ਉਹਨਾਂ ਤੋਂ ਪਰਮਾਤਮਾ ਤੋਂ ਜਿੱਤ ਨਹੀਂ ਸਕਿਆ। ਤੇ ਦੂਸਰੀ ਗੱਲ ਇਹ ਵੀ ਖਿਆਲ ਵਿੱਚ ਰੱਖਿਓ, ਰੱਬ ਨੂੰ ਤਾਂ ਕਿਸੇ ਨੇ ਕੀ ਹਰਾਉਣਾ। ਜਿਹਦੇ ਵੱਲ ਰੱਬ ਹੋਵੇ, ਜਿਹਦੀ ਪਿੱਠ ਤੇ ਪਰਮਾਤਮਾ ਆ ਕੇ ਖੜ ਜਾਏ, ਜਿਹੜਾ ਤਨ ਮਨ ਧਨ ਪਰਮਾਤਮਾ ਨੂੰ ਸਮਰਪਣ ਕਰਕੇ ਪਰਮਾਤਮਾ ਦਾ ਹੋ ਜਾਏ, ਰੱਬ ਕਦੇ ਉਹਦੀ ਵੀ ਹਾਰ ਨਹੀਂ ਹੋਣ ਦਿੰਦਾ। ਰੱਬ ਨੂੰ ਤਾਂ ਕੋਈ ਕੀ ਹਰਾ ਲਏਗਾ। ਰੱਬ ਨੂੰ ਜਪਣ ਵਾਲੇ ਦੀ ਰੱਬ ਹਾਰ ਨਹੀਂ ਹੋਣ ਦਿੰਦਾ। ਇੱਕ ਪਾਵਨ ਬਚਨ ਹੈ, ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ। ਜਿਹਦੇ ਵੱਲ ਉਹ ਪਰਮਾਤਮਾ ਹੋਵੇ ਉਹਦੀ ਕਦੇ ਹਾਰ ਨਹੀਂ ਹੁੰਦੀ। ਮਹਾਰਾਜ ਸਾਹਿਬ ਕਹਿੰਦੇ ਨਾ, ਤਾਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਕਿਹਾ ਇਹਦੇ ਲਈ ਇੱਕ ਭਰੋਸਾ ਚਾਹੀਦਾ। ਨਾ ਡਰੋ ਅਰ ਸਿਉ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਰੱਬ ਦੀ ਤਾਂ ਜਿੱਤ ਹੋਣੀ ਆ, ਸਭ ਨੂੰ ਜਿੱਤਣ ਵਾਲਾ ਜਿਹੜਾ ਉਹਦੇ ਤੇ ਭਰੋਸਾ ਰੱਖੇ, ਰੱਬ ਉਹਨਾਂ ਦੀ ਵੀ ਜਿੱਤ ਕਰਾਉਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ 14 ਜੰਗਾਂ ਜਿੱਤਦੇ ਆ, ਪਰਮਾਤਮਾ ਦੇ ਭਰੋਸੇ ਤੇ ਜਿੱਤਦੇ ਆ, ਪਰਮਾਤਮਾ ਦੇ ਆਸਰੇ ਨਾਲ ਜਿੱਤਦੇ ਆ, ਪਰਮਾਤਮਾ ਦੀ ਬਖਸ਼ਿਸ਼ ਨਾਲ ਜਿੱਤਦੇ ਆ। ਕਿਉਂਕਿ ਹਾਰਦਾ ਉਹੀ ਬੰਦਾ ਜਿਹੜਾ ਇਕੱਲਾ ਰਹਿ ਜਾਏ, ਜਿਹੜਾ ਕਵੇ ਰੱਬ ਦੀ ਕੀ ਲੋੜ, ਮੈਂ ਇਕੱਲਾ ਹੀ ਬਹੁਤ ਆ, ਉਹ ਹਾਰ ਜਾਂਦਾ। ਪਰਮਾਤਮਾ ਸਭ ਤੇ ਜਿੱਤ ਪ੍ਰਾਪਤ ਕਰਦਾ। ਸਮਸਤ ਉਹਦਾ ਅਰਥ ਹੁੰਦਾ ਸਾਰੇ, ਪ੍ਰਾਜੀ ਸਾਰਿਆਂ ਤੋਂ ਜਿੱਤ ਜਾਂਦਾ, ਉਹਨੂੰ ਕੋਈ ਹਰਾ ਨਹੀਂ ਸਕਦਾ। ਸਮਸਤ ਸਤ ਧਾਮੰ, ਸਾਰਾ ਸੰਸਾਰ, ਧਾਮੰ ਦਾ ਅਰਥ ਹੁੰਦਾ ਘਰ, ਇਹ ਉਹ ਪਰਮੇਸ਼ਰ ਦਾ ਹੀ ਘਰ ਹੈ। ਹੋਰ ਰੱਬ ਦੇ ਰਹਿਣ ਲਈ ਕੋਈ ਵੱਖਰੀ ਜਗ੍ਹਾ ਨਹੀਂ। ਕੋਈ ਮਤ ਸਮਝੇ ਰੱਬ ਸੱਤਵੇਂ ਆਕਾਸ਼ 'ਚ ਹੈ, ਕੋਈ ਦੱਖਣ 'ਚ, ਕੋਈ ਪੱਛਮ 'ਚ ਕਹਿ ਰਿਹਾ, ਨਹੀਂ, ਸਾਰਾ ਬ੍ਰਹਿਮੰਡ ਉਸ ਰੱਬ ਦਾ ਘਰ ਹੈ। ਤੂੰ ਸਭਨੀ ਥਾਈ ਜਿੱਥੇ ਹੋ ਜਾਏ, ਜਿੱਥੇ ਵੀ ਮੈਂ ਜਾਵਾਂ ਤੂੰ ਸਾਰੀਆਂ ਥਾਵਾਂ ਤੇ, ਸਾਰੀ ਸ੍ਰਿਸ਼ਟੀ ਉਹਦਾ ਘਰ ਗਏ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਸੰਸਾਰ ਉਸ ਸੱਚੇ ਦਾ ਘਰ, ਉਹਦੀ ਕੋਠੜੀ ਹੈ, ਉਹਦਾ ਇਹਦੇ ਵਿੱਚ ਟਿਕਾਣਾ ਕੀਤਾ, ਵਸੇਬਾ ਕੀਤਾ ਹੋਇਆ ਹੈ। ਤੋ ਪਰਮਾਤਮਾ ਹਰ ਵੇਲੇ ਸਾਡੇ ਅੰਗ ਸੰਗ ਹੈ। ਜਾਪ ਸਾਹਿਬ ਦੀ ਬਾਣੀ ਨੇ ਅਖੀਰ ਨਿਚੋੜ ਇਹੀ ਕੱਢ ਕੇ ਦੇਣਾ, ਦੁਕਾਲੰ ਪਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ अपंगं बपूते। ਇਹ ਅਹਿਸਾਸ ਕਰਿਓ ਕਿ ਰੱਬ ਸਾਡੇ ਅੰਗ ਸੰਗ ਹੈ ਔਰ ਸਰਵ ਸ਼ਕਤੀਮਾਨ ਹੈ। ਅਸੀਂ ਉਸ ਪਰਮੇਸ਼ਰ ਨਾਲ ਜੁੜਨਾ ਹੈ, ਜਿਸ ਕਰਕੇ ਜੀਵਨ ਲੋਕ ਸੁਖੀਏ ਪਰਲੋਕ ਸੁਹੇਲੇ।
ਨਾਨਕ ਹਰ ਪ੍ਰਭ ਆਪੇ ਮੇਲੇ ਦੇ ਭਾਗੀ ਬਣ ਸਕੀਏ। ਤਮਾਮ ਭੁੱਲਾਂ ਚੁੱਕਾਂ ਦੀ ਖਿਮਾ ਦੇਹੋ ਸੱਜਣਾ ਸੀਸੜੀਆਂ ਜੋ ਹੋਵੇ। ਸਾਹਿਬ ਸੁਮੇਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰ, ਸਿੰਘ ਸ਼ਹੀਦ ਬਾਬਾ ਜੀ ਦਾ ਧੰਨਵਾਦ ਜਿਹੜੇ ਰਹਿਮਤ ਕਰਕੇ ਆਪਣੇ ਦਰ ਘਰ ਦੀ ਕਥਾ ਗੁਰਮਤਿ ਵਿਚਾਰ ਆਪ ਕਰਾਉਂਦੇ ਨੇ। ਆਪ ਸੰਗਤ ਦਾ ਧੰਨਵਾਦ, ਲਾਈਵ ਸੁਣਨ ਵਾਲਿਆਂ ਦਾ ਧੰਨਵਾਦ ਜਿਹੜੇ ਪਿਆਰ ਵਿੱਚ ਬੈਠ ਕੇ ਸੁਣਦੇ ਹੋ। ਸਤਿਗੁਰੂ ਸਾਰਿਆਂ ਦਾ ਗਾਵਿਆ ਸੁਣਿਆ ਆਇਆ ਬੈਠਿਆ ਸਫਲ ਕਰਨ, ਔਰ ਆਪਾਂ ਇੱਦਾਂ ਹੀ ਗੁਰਮਤਿ ਵਿਚਾਰਾਂ ਦੀਆਂ ਸਾਂਝਾਂ ਪਾਉਂਦੇ ਰਹੀਏ ਜੀ। ਆਓ ਆਨੰਦ ਸਾਹਿਬ ਦੀ ਬਾਣੀ ਫਿਰ ਅਰਦਾਸ ਬੇਨਤੀ ਵਿੱਚ ਜੁੜਾਂਗੇ। ਹੁਕਮਨਾਮੇ ਸਰਵਣ ਕਰਨੇ ਨੇ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ।